जय गुरुदेव, जय भीम, सत श्री अकाल। स्पैशल गैसट के अज के शो विच आप जी का स्वागत है। स्पैशल गैसट शो दे विच जिहड़ा मेरा मकसद हुंदा है कि मैं बखरे बखरे तरह दीयां हस्तियां नूं तुहाडे रूबरू करदा हां। उन्हां विच समाज सेवक भी हुंदे हन, उन्हां विच गाउण वाले भी हुंदे हन, शाजिंदा भी होंदे हन और पॉलिटिशियन भी या होर भी जिहड़े समाज दे विच वधिया काम कर रहे हैं, जिन्हां दी समाज में जान पछाण है, वो भी थोड़े रूबरू करते हैं। अज आपां जिस शख्स के नाल गल करनी है उन्होंने तुसीं पहलां भी मिल चुके हो। अज उन्होंने इस करके मैं बुलाया है क्योंकि ਜਿਹੜੇ कुछ गल्लां खास हुंदियां, कुछ खास तो भी खास गल्लां हुंदियां जिन्हां गल्लां बारे आम लोगों को नहीं पता हुंदा और खास बंदियां नूं ही पता हुंदा है। अज दा विशा भी कुछ इस तरह का है कि जिहड़ा दिमागी संतुलन हुंदा इंसान दा वो बिगड़ जावे तां असीं उहनूं गलत नां नाल पुकारदे हां। उहदे बारे पूरी दुनिया च एक दिन मनाया जाता है जिन्हों कहते हैं कि मैंटल हैल्थ अवेयरनैस डे। वो मई के पहले हफ्ते हुंदा है और पूरी दुनिया विच इस नां थले लोग अवेयर करते हैं। ये बारे मैनू भी बहुत ज़्यादा नहीं सी पता, पर जदों मैनू इस गल बारे आगाह किया गया तो मैं ये बारे थोड़ा बहुत रिसर्च की, थोड़ा बहुत मैं जानिया, थोड़ा बहुत पढ़िया तो मैं भाल शुरू की भी किहड़ा सूटेबल स्पैशल गैसट मैं लभा जिहड़ा इस विषय ते जानकारी रखता होवे और गलबात कर सकता होवे और असी थोड़े तक उस गल नूं पहुँचा सकीए। ये मेरे मन की एक सोच सी और मैं काफ़ी वक्त लाया इस दी कोख करदे क्योंकि असी किसी भी गल नूं जदों गल हुंदी मगरों रखने वधा चढ़ा के बहुत ज़्यादा कर लैंदे आ। जिहड़ा मैंटल हैल्थ अवेयरनैस डे की गल हैगी, ये बहुत लंबा चर नहीं हुआ, लेकिन 20-25 साल होए मेरे ख्याल च इहनूं स्टार्ट कीते नूं। तो बाकी आपां गैस्ट तो पुछांगे भी ये एक्चुअली है कि इहदी जन्म किद्दां होया, इहदा आगाह किहो जिहा होऊगा, लोकां विच अवेयरनैस किद्दां करना ਜਾਂ की दुनिया ਦੇ ਵਿੱਚ लोग कर रहे ਆ। ਇੱਥੇ ਆਪਾਂ ਗੱਲ ਕਰ आओ ਪਹਿਲਾਂ ਮਿਲਦੇ ਆ ਆਪਾਂ ਅੱਜ ਦੇ ਸਪੈਸ਼ਲ ਗੋ ਵਿੱਚ ਨਵਦੀਪ ਸਿੰਘ ਜੀ ਜਿਹੜੇ ਕਿ ਤਰਕਸ਼ੀਲ ਸੁਸਾਇਟੀ ਦੇ ਜਨਰਲ ਸੈਕਟਰੀ ਹਨ, ਬਹੁਤ ਕੰਮ ਕਰਦੇ ਹਨ। आओ ਮਿਲਦੇ ਆ। ਨਵਦੀਪ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਪੈਸ਼ਲ ਦੇ ਸ਼ੋਅ ਵਿੱਚ। ਹਾਂਜੀ ਧਰਮਜਨ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਕਿ ਤੁਸੀਂ ਮੌਕੇ ਸਿਰ ਯਾਦ ਕਰਦੇ ਰਹਿੰਦੇ ਆ। ਸੋ ਅੱਜ ਦਾ ਜਿਹੜਾ ਤੁਸੀਂ ਵਿਸ਼ਾ ਹੈਗਾ ਚੁਣਿਆ ਹੈਗਾ, मेरा ख्याल ਇਹਦੀ ਸਾਡੇ ਭਾਈਚਾਰੇ ਦੇ ਵਿੱਚ ਗੱਲ ਕਰਨ ਦੀ ਜਿਹੜੀ ਹੈਗੀ ਉਹ ਬਹੁਤ ਜ਼ਿਆਦਾ ਲੋੜ ਹੈਗੀ ਆ। ਆਪਾਂ ਅੱਗੇ ਜਾ ਕੇ ਗੱਲ ਕਰਾਂਗੇ ਕਿ ਕਿਉਂ ਸਾਨੂੰ ਇਹਨਾਂ ਗੱਲਾਂ ਦੀ ਲੋੜ ਹੈਗੀ। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਇੱਕ ਤਾਂ ਤੁਸੀਂ ਮੇਰੀ ਰਿਕੁਐਸਟ ਨੂੰ ਮੰਨ ਕੇ ਅੱਜ ਆਏ ਹੋ, ਇਸ ਕਰਕੇ ਵੀ ਥੋੜ੍ਹਾ ਧੰਨਵਾਦ। ਤੇ ਬਾਕੀ ਜਿਹੜੇ ਮੈਂਟਲ ਹੈਲਥ ਅਵੇਅਰਨੈਸ ਦੀ ਜਿਹੜੀ ਗੱਲ ਹੈਗੀ ਹੈ ਕਿ ਐਕਚੁਅਲੀ ਮਸਲਾ ਕੀ ਇਸ਼ੂ ਕੀ ਹੈ? ਮਸਲਾ ਤਾਂ ਬਹੁਤ ਸਾਦਾ ਜਿਹਾ ਆ। ਸਾਦਾ ਇਸ ਕਰਕੇ ਆ ਕਿ ਸਾਡੀਆਂ ਦੋ ਸਿਹਤਾਂ ਜਿਨ੍ਹਾਂ ਨੂੰ ਇੱਥੇ ਦੀ ਸਾਇੰਸ ਮੰਨਦੀ ਹੈਗੀ ਆ ਜਾਂ ਪ੍ਰੋਫੈਸ਼ਨ ਮੰਨਦਾ ਹੈਗਾ, ਉਹ ਇੱਕ ਜਿਹੜੀ ਸਾਡੀ ਸਰੀਰਕ ਸਿਹਤ ਹੈ, ਹਾਂਜੀ, ਤੇ ਇੱਕ ਜਿਹੜੀ ਸਾਡੀ ਦਿਮਾਗੀ ਸਿਹਤ ਆ। ਠੀਕ ਹੈ। ਜਿਹੜਾ ਜ਼ਿਆਦਾਤਰ ਸਾਡਾ ਫੋਕਸ ਹੁੰਦਾ ਉਹ ਸਾਡਾ ਸਰੀਰਕ ਸਿਹਤ ਤੇ ਹੁੰਦਾ। ਤੁਸੀਂ ਬਿਮਾਰ ਹੋ ਗਏ, ਤੁਹਾਨੂੰ ਖੰਘ ਹੋ ਗਈ, ਕੈਂਸਰ ਹੋ ਗਿਆ, ਕਿਸੇ ਨੂੰ ਕੋਈ ਡਾਇਬੀਟੀਜ਼ ਹੋ ਗਈ, ਠੀਕ ਹੈ। ਸੋ ਅਸੀਂ ਉਹਦੇ ਬਾਰੇ ਤਾਂ ਜਾਣਦੇ ਹਾਂ, ਪੜ੍ਹਦੇ ਹਾਂ, ਸੁਣਦੇ ਹਾਂ, ਉਹਦੇ ਬਾਰੇ ਕੁਛ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਠੀਕ ਹੋ ਜਾਈਏ। ਪਰ ਜਦੋਂ ਸਾਡੀ ਮਾਨਸਿਕ ਸਿਹਤ ਦੀ ਗੱਲ ਆਉਂਦੀ ਆ, ਜਿੱਥੇ ਤੱਕ ਮੇਰਾ ਕਮਿਊਨਿਟੀ ਦੇ ਵਿੱਚ ਵਿਚਰਨਾ ਆਪਣੇ ਜੋਬ ਦੇ ਤੌਰ 'ਤੇ ਜਿੰਨਾ ਕੁ ਮੇਰਾ ਬਾਹ ਪੈਂਦਾ ਆ, ਠੀਕ, ਜਿਹੜਾ ਸਾਡਾ ਭਾਈਚਾਰਾ ਹੈਗਾ ਉਹ ਮਾਨਸਿਕ ਸਿਹਤ ਵੱਲ ਬਹੁਤ ਘੱਟ ਧਿਆਨ ਦਿੰਦਾ ਜਾਂ ਇਹਦੇ ਬਾਰੇ ਅਸੀਂ ਬਹੁਤ ਗੱਲ ਕਰਦੇ ਹਾਂ। ਉਹਦੇ ਮੇਰਾ ਖਿਆਲ ਇੱਕ ਪਿਛੋਕੜ ਦੇ ਵਿੱਚ ਇਹ ਵੀ ਪਿਆ ਕਿ ਬਹੁਤੀ ਵਾਰੀ ਸਾਡੇ ਕੋਲ ਢੁਕਵੇਂ ਸ਼ਬਦ ਵੀ ਜਿਹੜੇ ਹੈਗੇ ਆ ਉਹ ਨਹੀਂ ਹੁੰਦੇ। ਅਸੀਂ ਜਾਂ ਤਾਂ ਬੰਦਾ ਸਹੀ ਆ ਤੇ ਜਾਂ ਬੰਦਾ
ਭਾਗ ਲਿਆ। ਸੋ ਇਨ ਬਿਟਵੀਨ ਜਿਹੜਾ ਹੈਗਾ ਉਹ ਕੁਛ ਨਹੀਂ ਹੈਗਾ। ਔਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਆ ਉਹ ਤੁਹਾਡੀ ਮਾਨਸਿਕ ਸਿਹਤ ਦੇ ਨਾਲ ਜੁੜੀਆਂ ਹੈਗੀਆਂ, ਕਰਕੇ ਜਦੋਂ ਤੁਹਾਡੀ ਮਾਨਸਿਕ ਸਿਹਤ ਵਿਗੜਦੀ ਹੈ ਤਾਂ ਤੁਹਾਡੀ ਸਰੀਰਕ ਸਿਹਤ ਤੇ ਵੀ ਅਸਰ ਪਾਉਂਦੀ ਆ। ਬਿਲਕੁਲ ਬਿਲਕੁਲ। ਕਈ ਵਾਰੀ ਇਹ ਹੁੰਦਾ ਕਿ ਜਦੋਂ ਤੁਹਾਡੀ ਸਰੀਰਕ ਸਿਹਤ ਖਰਾਬ ਹੁੰਦੀ ਆ ਤਾਂ ਤੁਹਾਡਾ ਉਹਦਾ ਮਾਨਸਿਕ ਸਿਹਤ ਤੇ ਵੀ ਅਸਰ ਪੈਂਦਾ। ਸੋ ਜਿਹੜੀ ਗੱਲ ਸਾਨੂੰ ਯਾਦ ਰੱਖਣ ਦੀ ਲੋੜ ਹੈਗੀ ਆ, ਇੱਕ ਤਾਂ ਜਿਹੜਾ ਆਪਾਂ ਮੈਂਟਲ ਹੈਲਥ ਵੀਕ ਅਵੇਅਰਨੈਸ ਜਿਹੜੀ ਹਰ ਸਾਲ ਮੈਂਟਲ ਹੈਲਥ ਫਾਊਂਡੇਸ਼ਨ ਆਰਗੇਨਾਈਜੇਸ਼ਨ ਹੈਗੀ ਆ, ਵੱਡੀ ਚੈਰਿਟੀ ਆਰਗੇਨਾਈਜੇਸ਼ਨ ਉਹ ਹੈਗੀ ਆ ਕਰਦੀ। ਇਸ ਹਫ਼ਤੇ ਦਾ ਮਤਲਬ ਹੀ ਇਹ ਹੈਗਾ ਕਿ ਇਹਨਾਂ ਦਿਨਾਂ ਦੇ ਵਿੱਚ ਅਸੀਂ ਇਸ ਇਸ਼ੂ ਤੇ ਖੁੱਲ੍ਹ ਕੇ ਗੱਲ ਕਰੀਏ, ਕਰਕੇ ਸਾਡੇ ਸਮਾਜ ਦੇ ਵਿੱਚ, ਸਾਡੇ ਭਾਈਚਾਰੇ ਦੇ ਵਿੱਚ ਇਹ ਜ਼ਿਆਦਾਤਰ ਮੰਨਿਆ ਜਾਂਦਾ ਕਿ ਨਹੀਂ ਜੀ, ਜੇ ਕੋਈ ਇਸ਼ੂ ਹੈਗਾ ਤਾਂ ਉਹਨੂੰ ਦੱਬ ਲਿਆ ਜਾਵੇ। ਸੋ ਅਵੇਅਰਨੈਸ ਦਾ ਮਤਲਬ ਇਹ ਹੈਗਾ ਕਿ ਅਸੀਂ ਖੁੱਲ੍ਹ ਕੇ ਇਸ ਟੌਪਿਕ ਤੇ ਗੱਲ ਕਰ ਸਕੀਏ, ਕੀ ਇਹਦੇ ਬਾਰੇ ਕੀਤਾ ਜਾ ਸਕਦਾ, ਕੀ ਸਮੱਸਿਆਵਾਂ ਹੈਗੀਆਂ, ਕਿੰਨਾ ਕੁ ਸਕੋਪ ਹੈਗਾ, ਕਿੱਦਾਂ ਦੀਆਂ ਸਰਵਿਸਿਜ਼ ਜਿਹੜੀਆਂ NHS ਹੈਗੀ ਆ ਉਹ ਪ੍ਰੋਵਾਈਡ ਕਰਦੀ ਹੈਗੀ ਆ, ਉਹਦੇ ਬਾਰੇ ਜਿਹੜਾ ਹੈਗਾ ਇਹ ਮੈਂਟਲ ਹੈਲਥ ਅਵੇਅਰਨੈਸ ਵੀਕ ਜਾਂ ਡੇ ਜਿਹੜਾ ਹੈਗਾ ਠੀਕ ਹੈ ਉਹਦੇ ਬਾਰੇ ਗੱਲ ਕੀਤੀ ਜਾਵੇ। ਇਹ ਆਪਣਾ ਹੋ ਗਿਆ ਸਬਜੈਕਟ। ਜਿਹੜੀ ਇਹਨੂੰ ਮਨਾਉਣ ਦਾ ਜਿਹੜੀ ਸ਼ੁਰੂਆਤ ਆ ਜੀ, ਇਹ ਕਦੋਂ ਹੋਈ ਔਰ ਕਿਉਂ ਜ਼ਰੂਰੀ ਸਮਝਿਆ ਗਿਆ ਇਹਨੂੰ ਮਨਾਉਣਾ? ਹਾਂਜੀ, ਮੇਰਾ ਖਿਆਲ ਤੁਸੀਂ ਆਪਣੇ ਇੰਟਰੋਡਕਸ਼ਨ ਦੇ ਵਿੱਚ ਇਸ਼ਾਰਾ ਕਰੇ ਗਏ ਆ ਕਿ ਇਹਨੂੰ ਬਹੁਤ ਜ਼ਿਆਦਾ ਚਿਰ ਨਹੀਂ ਹੋਇਆ, 20-25 ਸਾਲ ਹੀ ਇਹਨੂੰ ਹੋਏ ਹੈਗੇ, ਜਿਹੜਾ ਕਿ ਖਾਸ ਕਰਕੇ ਜਿਹੜੇ ਮੈਂਟਲ ਹੈਲਥ ਕੇਅਰ ਦੇ ਵਿੱਚ ਪ੍ਰੋਫੈਸ਼ਨਲ ਹੈਗੇ ਆ, ਡਾਕਟਰ ਨਰਸਾਂ ਹੈਗੇ ਆ, ਉਹਨਾਂ ਨੇ ਇਹਦੇ ਵੱਲ ਧਿਆਨ ਜਿਹੜਾ ਹੈਗਾ ਖਿੱਚਿਆ ਹੈਗਾ। ਜਿੱਥੇ ਤੱਕ ਇਹਦਾ ਸਵਾਲ ਹੈਗਾ ਕਿ ਇਹ ਕਿਉਂ ਆ, ਕਿਵੇਂ ਆ, ਤੇ ਉਹ ਆਪਾਂ ਜਿਹੜਾ ਹੈਗਾ ਆਉਣ ਵਾਲੇ ਜਿਹੜੇ ਸਵਾਲ ਆਪਣੇ ਹੈਗੇ ਆ ਉਹਨਾਂ ਦੇ ਵਿੱਚ ਆਪਾਂ ਇਹਨੂੰ ਕਵਰ ਕਰਦੇ ਹੈਗੇ ਆ। ਠੀਕ ਹੈ, ਠੀਕ, ਓਕੇ। ਅੱਛਾ, ਇਹ ਮਸਲਾ ਕਾਫੀ ਵੱਡਾ ਹੈਗਾ ਔਰ ਸਿੰਪਲ ਵੀ ਕਹਿ ਸਕਦੇ ਆਪਾਂ। ਹਾਂਜੀ, ਕਿਉਂਕਿ ਅਸੀਂ ਮਸਲਾ ਵੱਡਾ ਉਦੋਂ ਬਣ ਜਾਂਦਾ ਜਦੋਂ ਇਹਨੂੰ ਆਪਾਂ ਸੋਚਣ ਲੱਗ ਪੈਂਦੇ ਆ। ਬਿਲਕੁਲ। ਜੇ ਆਪਾਂ ਸਿਰਫ ਗੱਲਾਂ ਹੀ ਕਰ ਰਹੀਆਂ, ਫਲਾਣਾ ਬੰਦਾ ਪਾਗਲ ਜਿਹਾ, ਗੱਲ ਮੁੱਕ ਜਾਂਦੀ ਉੱਥੇ। ਹਾਂਜੀ। ਜੇ ਆਪਾਂ ਉਹਨੂੰ ਕੋਖਣਾ ਕੀ ਗੱਲ, ਉਹ ਕੀ ਹੋਇਆ, ਉਹਨੂੰ ਕਿਉਂ ਇਦਾਂ ਆ, ਹਾਂਜੀ, ਉਹਦੇ ਬਾਰੇ ਕੀ ਕਰ ਸਕਦੇ ਆ, ਫਿਰ ਮਸਲਾ ਬਹੁਤ ਸੋਚਣ ਦੇ ਅਧੀਨ ਹੋ ਜਾਂਦਾ। ਬਿਲਕੁਲ। ਅੱਛਾ, ਅੱਜ ਕੱਲ੍ਹ ਕੋਵਿਡ ਦਾ ਕਾਫੀ ਦੌਰ ਹੈਗਾ ਆ ਜੀ। ਕੀ ਕੋਵਿਡ ਦਾ ਜਿਹੜਾ ਹੈਗਾ ਇਲਾਜ ਜਾਂ ਜਿਹੜੀ ਬਿਮਾਰੀ ਆ ਉਹਦਾ ਵੀ ਮੈਂਟਲ ਹੈਲਥ ਤੇ ਕੋਈ ਇਫੈਕਟ ਹੈਗਾ, ਅਸਰ ਹੈ? ਬਿਲਕੁਲ। ਜਿਹੜਾ ਕੋਵਿਡ ਦਾ ਮਸਲਾ ਹੈਗਾ ਆ ਬਿਮਾਰੀ ਦੇ ਤੌਰ ਤੇ, ਉਹਦਾ ਸਿੱਧਾ ਤੁਹਾਡੇ ਦਿਮਾਗੀ ਸਿਹਤ ਤੇ ਕੋਈ ਅਸਰ ਨਹੀਂ ਪੈਂਦਾ, ਪਰ ਜਿਹੜੀ ਕੋਵਿਡ ਦੇ ਕਰਕੇ ਸਾਨੂੰ ਪਰੇਸ਼ਾਨੀਆਂ ਆਈਆਂ ਉਹਦੇ ਕਰਕੇ ਜਿਹੜਾ ਹੈਗਾ ਸਾਡੀ ਦਿਮਾਗੀ ਸਿਹਤ ਤੇ ਅਸਰ ਪੈ ਸਕਦਾ। ਉਦਾਹਰਨ ਦੇ ਤੌਰ ਤੇ ਕੋਵਿਡ ਦੇ ਦੌਰਾਨ ਲੋਕਡਾਊਨ ਹੋਇਆ, ਹੁਣ ਵੀ ਪਾਰਸ਼ਲੀ ਚੱਲ ਰਿਹਾ ਹੈਗਾ। ਹਾਂਜੀ। ਉਹਦੇ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਹੈਗੀਆਂ ਜੌਬਾਂ ਉਹ ਲੋਸਟ ਹੋਈਆਂ। ਔਰ ਅਗਰ ਤੁਸੀਂ ਉਹਦੇ ਬਾਰੇ ਫਿਕਰਮੰਦ ਰਹਿੰਦੇ ਆ ਜ਼ਿਆਦਾਤਰ ਕਿ ਮੇਰੀ ਜੌਬ ਹੈਗੀ ਆ ਜਾਂ ਨਹੀਂ ਹੈਗੀ, ਚੱਲੂਗੀ ਕਿ ਨਹੀਂ ਚੱਲੂਗੀ, ਜੇ ਮੇਰੀ ਜੌਬ ਛੁੱਟ ਗਈ ਤਾਂ ਮੈਨੂੰ ਹੋਰ ਜੌਬ ਨਵੀਂ ਮਿਲੂਗੀ ਕਿ ਨਹੀਂ ਮਿਲੂਗੀ, ਉਹ ਜਦੋਂ ਤੁਸੀਂ ਤਣਾਅ ਹੇਠਾਂ ਰਹਿੰਦੇ ਆ ਲੰਮਾ ਚਿਰ, ਫਿਰ ਉਹ ਤੁਹਾਡੇ ਜਿਹੜਾ ਸਿਹਤ ਤੇ ਉਹ ਅਸਰ ਹੋਣ ਲੱਗ ਪੈਂਦਾ। ਜਦੋਂ ਤੁਸੀਂ ਤਣਾਅ ਦੇ ਵਿੱਚ ਹੁੰਦੇ ਆ, ਤੁਹਾਨੂੰ ਭੁੱਖ ਘੱਟ ਲੱਗਦੀ ਆ ਜਾਂ ਤੁਸੀਂ ਬੇਲੋੜਾ ਖਾਂਦੇ ਆ, ਉਹਦੇ ਨਾਲ ਤੁਹਾਡੀ ਸਰੀਰਕ ਸਿਹਤ ਜਿਹੜੀ ਆ ਉਹ ਖਰਾਬ ਹੁੰਦੀ ਆ। ਫਿਰ ਤੁਹਾਨੂੰ ਇਹ ਲੱਗਦਾ ਕਿ ਕੋਵਿਡ ਤਾਂ ਸੀਗਾ ਹੀ ਸੀਗਾ, ਨਾਲ ਇੱਕ ਹੋਰ ਬਿਮਾਰੀ ਲੱਗ ਗਈ। ਉਹਦਾ ਜਿਹੜਾ ਤਣਾਅ ਹੋਰ ਹੁੰਦਾ, ਉਹਦੇ ਨਾਲ ਜਿਹੜਾ ਤੁਹਾਡਾ ਮਾਨਸਿਕ ਸਿਹਤ ਆ ਉਹਦੇ ਤੇ ਅਸਰ ਹੋ ਸਕਦਾ, ਅਸਰ ਕਰ ਦਿੰਦੀ। ਠੀਕ। ਸੋ ਇਸ ਕਰਕੇ ਸਾਡਾ ਜ਼ਰੂਰੀ ਆ ਜਾਣਨਾ ਕਿ ਇਹਦੇ ਕੀ ਲੱਛਣ ਵਗੈਰਾ ਹੈਗੇ ਆ ਜਿਨ੍ਹਾਂ ਵੱਲ ਅਸੀਂ ਆਪਣਾ ਧਿਆਨ ਦੇ ਸਕੀਏ। ਠੀਕ ਹੈ। ਅੱਛਾ, ਇਹ ਜਿਹੜਾ ਮਸਲਾ ਹੈਗਾ ਆ, ਹਾਂਜੀ, ਜਿੱਦਾਂ ਮੈਂ ਸ਼ੁਰੂ 'ਚ ਗੱਲ ਕੀਤੀ ਸੀ ਵੀ ਇਹ ਮਸਲਾ ਜਿਹੜੇ ਆਪਣੇ ਲੋਕ ਆ ਜੀ, ਇਹ ਏਸ਼ੀਆਈ ਲੋਕ ਜਿਹੜੇ ਲੋਕ, ਇੰਡੀਅਨ, ਪਾਕਿਸਤਾਨੀ, ਬੰਗਲਾਦੇਸ਼ੀ, ਉਸ ਸਬ ਕੰਟੀਨੈਂਟ ਦੇ ਲੋਕ ਹੈਗੇ, ਹਾਂਜੀ, ਕੀ ਉਹ ਇਸ ਮਸਲੇ ਨੂੰ ਮਸਲਾ ਸਮਝਦੇ ਆ ਜਾਂ ਉਹਨਾਂ ਵਾਸਤੇ ਕਿੰਨਾ ਮਸਲਾ ਹੈ? ਹਾਂਜੀ, ਜਿੱਦਾਂ ਮੈਂ ਪਹਿਲਾਂ ਜ਼ਿਕਰ ਕਰਕੇ ਹਟਿਆ ਕਿ ਅਸੀਂ ਸਾਡੇ ਕੋਲ ਸਿਰਫ ਜਾਂ ਪਾਗਲ ਆ ਜਾਂ ਬੰਦਾ ਸਹੀ ਆ, ਇਨ ਬਿਟਵੀਨ ਸਾਡੇ ਲਈ ਕੋਲ ਕੋਈ ਕੁਛ ਨਹੀਂ ਹੈਗਾ। ਉਹਦੀ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ। ਕਿੰਗਸ ਕਾਲਜ ਲੰਡਨ ਇੱਕ ਪ੍ਰੋਫੈਸਰ ਹੈਗੇ ਦਿਨੇਸ਼ ਬੁਗਰਾ, ਉਹਨਾਂ ਨੇ ਇਹ ਦੱਸਿਆ ਸੀਗਾ ਕਿ ਕਈ ਵਾਰੀ ਜਿਹੜੇ ਲੋਕ ਹੈਗੇ ਆ ਉਹ ਇਹਦੇ ਵੱਲ ਧਿਆਨ ਹੀ ਨਹੀਂ ਦਿੰਦੇ ਹੈਗੇ ਕਿ ਸਾਨੂੰ ਕੋਈ ਇਸ਼ੂ ਹੈਗਾ। ਮੰਨ ਲਓ ਜੇ ਤੁਹਾਨੂੰ ਭੁੱਖ ਘੱਟ ਲੱਗਦੀ ਆ, ਇਹ ਹੋ ਸਕਦਾ ਕਿ ਤੁਹਾਡੀ ਐਕਟੀਵਿਟੀ ਘੱਟ ਹੋਵੇ, ਇਸ ਕਰਕੇ ਤੁਹਾਨੂੰ ਭੁੱਖ ਘੱਟ ਲੱਗਦੀ ਹੋਵੇ। ਪਰ ਜਿਹੜੇ ਬਹੁਤ ਸਾਰੇ ਲੋਕੀ ਡਿਪਰੈਸ਼ਨ ਦੇ ਵਿੱਚ ਚਲ ਜਾਂਦੇ ਆ,
ਉਹਨਾਂ ਦਾ ਵੀ ਭੁੱਖ ਤੇ ਬਹੁਤ ਜਿਹੜਾ ਹੈਗਾ ਆ ਉਹ ਅਸਰ ਪੈਂਦਾ। ਅਗਰ ਤੁਹਾਨੂੰ ਨੀਂਦ ਨਹੀਂ ਆ ਰਹੀ ਹੈਗੀ ਉਹਦਾ ਤੁਹਾਡੇ ਤੇ ਅਸਰ ਪੈਂਦਾ ਹੈਗਾ। ਸੋ ਇਹ ਕੁਝ ਅਲਾਮਤਾਂ ਹੈਗੀਆਂ ਜਿਹਨੂੰ ਅਸੀਂ ਸਿਰਫ ਸਰੀਰਕ ਸਿਹਤ ਦੇ ਨਾਲ ਜੋੜ ਕੇ ਤਾਂ ਦੇਖਦੇ ਹਾਂ, ਪਰ ਕਦੇ ਸਾਡਾ ਧਿਆਨ ਇੱਧਰ ਨਹੀਂ ਗਿਆ ਕਿ ਇਹ ਸਾਡੀ ਮਾਨਸਿਕ ਸਿਹਤ ਕਰਕੇ ਵੀ ਹੋ ਸਕਦਾ। ਜਿਹੜੀ ਗੱਲ ਸਾਨੂੰ ਧਿਆਨ ਰੱਖਣ ਵਾਲੀ ਆ ਜ਼ਿਆਦਾ, ਕਿ ਜਿਹੜੀ ਤੁਹਾਡੀ ਮਾਨਸਿਕ ਸਿਹਤ ਦੀ ਸਿੰਪਟਮ ਜਾਂ ਨਿਸ਼ਾਨੀਆਂ ਆ, ਲੱਛਣ ਆ, ਉਹ ਤੁਹਾਡੇ ਸਰੀਰਕ ਤੌਰ ਤੇ ਜ਼ਾਹਰ ਹੋਣੇ ਆ। ਠੀਕ ਆ। ਜਿਵੇਂ ਭੁੱਖ ਘੱਟ ਲੱਗਣੀ, ਨੀਂਦ ਜ਼ਿਆਦਾ ਆਉਣੀ, ਤੁਹਾਡੇ ਸੁਭਾਅ ਦਾ ਚਿੜਚਿੜਾ ਹੋਣਾ, ਤੁਸੀਂ ਆਪਣੇ ਬੱਚਿਆਂ ਦੇ ਨਾਲ ਲੜਨਾ, ਜਾਂ ਕੋਈ ਹੋਰ ਤੁਹਾਡੇ ਸੁਭਾਅ ਦੇ ਵਿੱਚ ਤਬਦੀਲੀਆਂ ਹੋਣੀਆਂ, ਜਾਂ ਜਿਹੜੇ ਬਹੁਤ ਸਾਰੇ ਹੈਗੇ ਸਰੀਰਕ ਤੁਹਾਡੀਆਂ ਕਿਰਿਆਵਾਂ ਹੈਗੀਆਂ ਉਹਨਾਂ ਤੇ ਅਸਰ ਪੈਣਾ। ਸੋ ਉਦੋਂ ਅਸੀਂ ਸਿਰਫ ਸਰੀਰਕ ਸਿਹਤ ਬਾਰੇ ਸੋਚਦੇ ਹਾਂ, ਉਦੋਂ ਅਸੀਂ ਮਾਨਸਿਕ ਸਿਹਤ ਬਾਰੇ ਨਹੀਂ ਸੋਚਦੇ। ਜੇਕਰ ਅਸੀਂ ਜੀਪੀ ਕੋਲ ਵੀ ਜਾਂਦੇ ਹਾਂ ਤਾਂ ਅਸੀਂ ਉਹਨੂੰ ਇਹ ਕਹਿੰਦੇ ਵੀ ਮੈਨੂੰ ਭੁੱਖ ਘੱਟ ਲੱਗਦੀ ਆ, ਜਾਂ ਤੁਸੀਂ ਥੋੜ੍ਹਾ ਖਾਣਾ ਕਰ ਦਿੱਤਾ ਤਾਂ ਮੇਰਾ ਭਾਰ ਘਟ ਗਿਆ। ਪਰ ਤੁਸੀਂ ਕਦੇ ਉਹਦੇ ਨਾਲ, ਅਸੀਂ ਜੀਪੀ ਨਾਲ ਕਦੇ ਇਹ ਨਹੀਂ, ਸ਼ਾਇਦ ਬਹੁਤ ਘੱਟ ਸਾਡੇ ਭੈਣ ਭਰਾ ਹੋਣਗੇ ਜਿਨ੍ਹਾਂ ਨੇ ਇਸ ਗੱਲ 'ਤੇ ਜ਼ਿਕਰ ਕੀਤਾ ਹੋਊਗਾ ਕਿ ਮੈਂ ਲਗਾਤਾਰ ਤਣਾਅ ਦੇ ਵਿੱਚ ਹੈਗਾ, ਮੈਨੂੰ ਫਿਕਰ ਹੈਗਾ, ਮੈਨੂੰ ਆਪਣੇ ਬੱਚਿਆਂ ਦਾ ਫਿਕਰ ਹੈਗਾ, ਜਾਂ ਕੋਈ ਹੋਰ ਗੱਲ ਹੈਗੀ ਆ, ਤਾਂ ਕਿ ਉਹ ਤੁਹਾਡੀ ਮਾਨਸਿਕ ਸਿਹਤ ਦਾ ਵੀ ਅਸੈਸਮੈਂਟ ਕਰ ਸਕੇ। ਅੱਛਾ, ਆਪਾਂ ਹੁਣ ਐਕਚੁਅਲੀ ਗੱਲ ਕਰ ਰਹੇ ਹਾਂ ਕਿ ਜਿਹੜਾ ਦਿਮਾਗੀ ਸੰਤੁਲਨ ਆ ਜੀ, ਉਹਦੇ ਬਾਰੇ ਫਿਕਰ ਕਰੀਏ। ਜਿਹੜਾ ਆਪਾਂ ਅਵੇਅਰਨੈਸ ਕਰ ਰਹੇ ਹਾਂ ਦਿਮਾਗੀ ਸੰਤੁਲਨ ਦੇ ਬਾਰੇ 'ਚ, ਬੰਦੇ ਨੂੰ ਅਵੇਅਰ ਹੋਣਾ ਚਾਹੀਦਾ। ਅੱਛਾ, ਬਹੁਤ ਵਾਰੀ ਇੱਦਾਂ ਹੁੰਦਾ ਆ ਨਵਦੀਪ ਸਿੰਘ ਜੀ, ਤੁਸੀਂ ਕਿਸੇ ਨਾਲ ਗੱਲ ਕਰਦੇ ਆ, ਉਹ ਬੰਦਾ ਪਾਗਲ ਨਹੀਂ ਹੁੰਦਾ, ਹਾਂਜੀ, ਲੇਕਿਨ ਉਹਦੀ ਜਿਹੜੀ ਗੱਲ ਆ, ਹਾਂਜੀ, ਗੱਲ ਉਲਟੀ ਪੁਲਟੀ ਹੁੰਦੀ ਆ। ਬਾਕੀ ਉਹ ਕੰਮ ਸਾਰੇ ਕਰਦਾ, ਬਿਲਕੁਲ, ਉਹਦਾ ਪਰਿਵਾਰ ਵੀ ਹੈ, ਉਹ ਕੰਮ ਤੇ ਵੀ ਜਾਂਦਾ, ਜੀ, ਲੇਕਿਨ ਜਦੋਂ ਉਹ ਤੁਹਾਡੇ ਨਾਲ ਗੱਲ ਕਰਦਾ, ਜਾਂ ਤੇ ਤੁਹਾਡੀ ਗੱਲ ਉਹ ਸਮਝ ਨਹੀਂ ਰਿਹਾ ਜੀ, ਜਾਂ ਉਹਦਾ ਦਿਮਾਗ ਕੁਝ ਹੋਰ ਕਹਿ ਰਿਹਾ। ਹਾਂਜੀ, ਕਿ ਇਹ ਵੀ ਮਾਨਸਿਕ ਬਿਮਾਰੀ ਦਾ ਹਿੱਸਾ ਹੋ ਸਕਦੀ ਹੈ। ਹਾਂਜੀ, ਬਿਲਕੁਲ ਹੋ ਸਕਦਾ। ਇੱਕ ਬਿਮਾਰੀ ਦਾ ਨਾਮ ਹੈਗਾ ਬਾਈਪੋਲਰ ਡਿਸਆਰਡਰ। ਪੋਲਰ ਦਾ ਮਤਲਬ ਹੁੰਦਾ ਦੋ ਸਿਰੇ। ਕਈ ਵਾਰੀ ਤੁਸੀਂ ਬਿਲਕੁਲ ਫੰਕਸ਼ਨ ਸਹੀ ਕਰ ਰਹੇ ਹੁੰਦੇ ਆ, ਔਰ ਨੈਕਸਟ ਡੇ, ਨੈਕਸਟ ਆਵਰ ਤੁਹਾਡਾ ਜਿਹੜੀ ਹੈਗੀ ਆ ਉਹ ਪਰਸਨੈਲਿਟੀ ਆ ਉਹ ਬਿਲਕੁਲ ਜਿਹੜੀ ਆ ਉਹ ਅਲੱਗ ਹੋ ਜਾਂਦੀ ਆ। ਸੋ ਇਹ ਤੁਹਾਨੂੰ ਕਈ ਵਾਰੀ ਇੰਡੀਕੇਸ਼ਨ ਕਰਦਾ ਹੈਗਾ। ਇਹ ਜਿੱਦਾਂ ਆਪਾਂ ਪਹਿਲਾਂ ਵੀ ਕੀਤਾ ਕਿ ਉਹਦੇ ਜਿਹੜੇ ਮੈਨੀਫੈਸਟੇਸ਼ਨ ਹੈਗੀ ਆ ਮੈਂਟਲ ਹੈਲਥ ਦੀ, ਹਾਂਜੀ, ਉਹ ਤੁਹਾਡੀ ਸਰੀਰਕ ਹੋਣੀ ਆ। ਸੋ ਇਹ ਵੈਰੀ ਗੁੱਡ ਐਗਜ਼ਾਮਪਲ ਹੈਗੀ ਆ ਕਿ ਉਹ ਬੰਦਾ ਗੱਲ ਕਰਦਾ ਪਰ ਉਹਦੀ ਗੱਲ ਦਾ ਕੋਈ ਤਰਤੀਬ ਨਹੀਂ ਬਣ ਰਹੀ ਹੈਗੀ, ਤੁਹਾਡੀ ਗੱਲ ਦੇ ਨਾਲ ਉਹ ਗੱਲ ਬਣ ਨਹੀਂ ਰਹੀ ਹੈਗੀ। ਸੋ ਅਸੀਂ ਉੱਥੇ ਤਕਰੀਬਨ ਇਸ ਗੱਲ ਨੂੰ ਇਗਨੋਰ ਕਰ ਦਿੰਦੇ ਆ, ਵਿਚਾਰੇ ਬੰਦੇ ਨੂੰ ਪਤਾ ਨਹੀਂ ਕੀ ਹੋਇਆ, ਮੇਰੀ ਤਾਂ ਗੱਲੇ ਨਹੀਂ ਸੁਣਦਾ। ਸੋ ਅਸੀਂ ਇਸ ਪੱਖ ਤੋਂ ਲੈਂਦੇ ਹਾਂ ਕਿ ਇਹ ਬੰਦਾ ਤੁਹਾਡੀ ਗੱਲ ਧਿਆਨ ਨਾਲ ਨਹੀਂ ਸੁਣ ਰਿਹਾ, ਪਰ ਕਦੇ ਸਾਡਾ ਸ਼ਾਇਦ ਧਿਆਨ ਇੱਧਰ ਵੱਲ ਘਟ ਜਾਂਦਾ ਹੋਵੇ ਕਿ ਹੋ ਸਕਦਾ ਇਸ ਵਿਅਕਤੀ ਨੂੰ ਕਿਸੇ ਚੀਜ਼ ਦੀ ਜਾਂ ਕਿਸੇ ਮੈਡੀਕਲ ਪ੍ਰੋਫੈਸ਼ਨ ਦੀ ਜਿਹੜੀ ਹੈਗੀ ਆ ਉਹ ਹੈਲਪ ਦੀ ਲੋੜ ਹੈਗੀ ਆ। ਠੀਕ ਹੈ। ਸੋ ਇਹੀ ਜਿਹੜੇ ਪ੍ਰੋਫੈਸਰ ਜਿਹੜੇ ਹੈਗੇ ਦਿਨੇਸ਼ ਹੈਗੇ ਆ, ਉਹਨਾਂ ਦੀ ਵੀ ਮੈਂ ਇਹੀ ਗੱਲ ਕਰਦਾ ਕਿ ਉਹਨਾਂ ਦੀ ਇੱਕ ਕੇਸ ਸਟੱਡੀ ਦੇ ਵਿੱਚ ਸੀਗਾ ਕਿ ਉਹਨਾਂ ਦੇ ਕੋਲ ਇੱਕ ਪੰਜਾਬੀ ਜੋੜਾ ਜਿਹੜਾ ਹੈਗਾ ਉਹ ਉਹਨਾਂ ਕੋਲ ਅਸੈਸਮੈਂਟ ਲਈ ਗਿਆ। ਉਹਦੇ ਤੋਂ ਪਹਿਲਾਂ ਉਹਨਾਂ ਦੀ ਅਸੈਸਮੈਂਟ ਜਿਹੜੀ ਸੀਗੀ ਉਹ ਕਿਸੇ ਗੋਰੇ ਡਾਕਟਰ ਨੇ ਕੀਤੀ ਸੀ। ਠੀਕ ਹੈ। ਉਹ ਹਸਬੈਂਡ ਇਹ ਕਹਿੰਦਾ ਵੀ ਮੇਰੀ ਪਤਨੀ ਜਿਹੜੀ ਆ ਉਹ ਠੀਕ ਨਹੀਂ ਹੈ। ਜਦੋਂ ਉਹਨੂੰ ਜਿਹੜੀ ਗੋਰਿਆਂ ਦੀ ਟੀਮ ਹੈਗੀ ਆ ਉਹਨਾਂ ਨੂੰ ਉਹ ਗੱਲ ਕਰਦੇ ਆ ਤਾਂ ਉਹ ਕਹਿੰਦੇ ਨਹੀਂ ਜੀ ਬਿਲਕੁਲ ਸਹੀ ਆ। ਉਹਦਾ ਪਤਨੀ ਨੂੰ ਨਹੀਂ ਹਾਂ ਪਤਾ ਕਹਿਣਾ ਤੂੰ ਸਹੀ ਨਹੀਂ। ਹਾਂਜੀ, ਕਈ ਵਾਰੀ ਆਪਾਂ ਇਸ ਗੱਲ ਨੂੰ ਵੀ ਲਾਈਟਲੀ ਲੈ ਕੇ ਵੀ ਆਪਾਂ ਨਿਕਲ ਜਾਂਦੇ ਆ, ਪਰ ਜਦੋਂ ਉਹ ਕਹਿੰਦਾ ਵੀ ਮੈਂ ਉਹਦੇ ਨਾਲ ਪੰਜਾਬੀ ਦੇ ਵਿੱਚ ਗੱਲ ਕੀਤੀ, ਉਹਦੇ ਵਿੱਚ ਜਿਹੜੀ ਉਹਦੀ ਸੋਚ ਦਾ ਬਿਖਰਾ ਸੀਗਾ, ਉਹਦੀ ਸੋਚ ਦਾ, ਉਹਦੀਆਂ ਗੱਲਾਂ ਦਾ ਅਗੜ ਦੁਗੜਾਪਣ ਸੀਗਾ, ਹਾਂਜੀ, ਉਹ ਜ਼ਾਹਰ ਹੋ ਗਿਆ, ਜਿਹਦੇ ਤੋਂ ਉਹਨੂੰ ਪਤਾ ਲੱਗ ਗਿਆ ਕਿ ਸ਼ੀ ਨੀਡਸ ਮੈਡੀਕਲ ਹੈਲਪ। ਸੋ ਮੇਰੇ ਕਹਿਣ ਦਾ ਇਹ ਹੈਗਾ ਕਿ ਜੇ ਅਸੀਂ ਕੋਈ ਇੱਦਾਂ ਦੀ ਗੱਲ ਨੋਟਿਸ ਕਰਦੇ ਹਾਂ, ਆਪਣੇ ਕਿਸੇ ਦੋਸਤ ਮਿੱਤਰ ਦੇ ਵਿੱਚ ਕਰਦੇ ਹਾਂ, ਭੈਣ ਭਰਾ ਦੇ ਵਿੱਚ ਕਰਦੇ ਹਾਂ, ਪਰਿਵਾਰ ਦੇ ਕਿਸੇ ਮੈਂਬਰ ਦੇ ਵਿੱਚ ਕਰਦੇ ਹਾਂ, ਸੋ ਉਹਨੂੰ ਸਟਿਗਮੇ ਦੇ ਤੌਰ 'ਤੇ ਨਹੀਂ ਕਿ ਇਹ ਜੀ ਬਸ ਹੁਣ ਇਹਦਾ ਤਾਂ ਦਿਮਾਗ ਹਿੱਲ ਗਿਆ, ਇਹ ਤਾਂ ਗਿਆ, ਇਹ ਕਾਸੇ ਜੋਗਾ ਨਹੀਂ ਰਹਿ ਗਿਆ, ਪ੍ਰੋਡਕਟਿਵ ਨਹੀਂ ਰਹਿ ਗਿਆ। ਸਾਨੂੰ ਇਹਨਾਂ ਗੱਲਾਂ ਦਾ ਨਹੀਂ ਕਰਨਾ ਚਾਹੀਦਾ। ਸਾਨੂੰ ਇਹ ਸੋਚ ਕੇ ਕਰਨਾ ਚਾਹੀਦਾ ਕਿ ਤੁਹਾਨੂੰ ਹੁਣ ਜਿਹੜੀ ਹੈਗੀ ਆ ਉਹ ਕਿਸੇ ਮੈਡੀਕਲ ਅਸਿਸਟੈਂਸ ਦੀ ਲੋੜ ਹੈਗੀ ਆ। ਸੋ ਇਹ ਜਿਹੜਾ ਹਫਤਾ ਵੀ ਹੈਗਾ ਸਾਡੇ ਭੈਣਾਂ ਭਰਾਵਾਂ ਦਾ ਇਸ ਗੱਲ ਵੱਲ ਧਿਆਨ ਦਿਵਾਉਣ ਲਈ ਹੈਗਾ ਕਿ ਅਗਰ ਤੁਸੀਂ ਇੱਦਾਂ ਦੀਆਂ ਕੋਈ ਚੀਜ਼ਾਂ ਨੋਟ ਕਰਦੇ ਆ ਤਾਂ ਜ਼ਰੂਰ ਜਿਹੜਾ ਹੈਗਾ, ਜਿਵੇਂ ਕਿਸੇ ਦਾ ਪਿੰਡਾ ਤੱਤਾ ਤਾਂ ਤੁਸੀਂ ਕਹਿੰਦੇ ਯਾਰ ਪੈਰਾਸੀਟਾਮੋਲ ਖਾ ਲਓ, ਬੁਖਾਰ ਚੜਿਆ, ਠੀਕ ਹੈ, ਜਾਂ ਤੁਹਾਨੂੰ ਬੁਖਾਰ ਚੜਿਆ ਆ। ਸੋ ਇਵੇਂ ਜੇ ਤੁਸੀਂ ਇੱਦਾਂ ਦੀ ਕੋਈ ਗੱਲ ਦੇਖਦੇ ਹੈਗੇ ਆ
ਤਾਂ ਸਾਨੂੰ ਜ਼ਰੂਰ ਇੱਕ ਵਾਰੀ ਦਿਮਾਗ ਦੇ ਵਿੱਚ ਸਾਨੂੰ ਜ਼ਰੂਰ ਲਿਆਉਣਾ ਚਾਹੀਦਾ ਕਿ ਕਿਤੇ ਇਦਾਂ ਦੀ ਗਲਤ ਨਹੀਂ ਹੈਗੀ ਕਿ ਜਿੱਥੇ ਇਹਨਾਂ ਨੂੰ ਮੈਡੀਕਲ ਪ੍ਰੋਫੈਸ਼ਨ ਦੀ ਲੋੜ ਹੈ। ਮੈਂਟਲ ਹੈਲਥ ਦੇ ਮਸਲਿਆਂ ਦੇ ਬਾਰੇ ਪਤਾ ਹੋਣਾ ਚਾਹੀਦਾ, ਇਹ ਬਹੁਤ ਇੰਪੋਰਟੈਂਟ ਗੱਲ ਆ। ਬਿਲਕੁਲ। ਪਰ ਕੀ ਜਿਹੜੇ ਸਾਡੇ ਲੋਕ ਆ, ਹਾਂਜੀ, ਜਿਹੜੀਆਂ ਸੰਸਥਾਵਾਂ ਕੰਮ ਕਰਦੀਆਂ, ਜਿਹੜੇ ਲੋਕ ਫੀਲਡ ਵਿੱਚ ਆਪਾਂ ਕਰ, ਕੀ ਉਹ ਆਪਣਾ ਰੋਲ ਪਲੇ ਕਰ ਰਹੇ ਆ ਲੋਕਾਂ ਨੂੰ ਸਮਝਾਉਣ ਵਿੱਚ? ਕਿਉਂਕਿ ਖੁਦ ਇਨਸਾਨ ਨੂੰ ਪਤਾ ਨਹੀਂ ਹੁੰਦਾ ਕਿ ਮੇਰਾ ਸੰਤੁਲਨ ਸਹੀ ਨਹੀਂ ਹੈ। ਬਿਲਕੁਲ ਬਿਲਕੁਲ। ਜਦੋਂ ਜ਼ਿਆਦਾ ਕੰਮ ਵਿਗੜ ਜਾਂਦਾ ਫਿਰ ਤਾਂ ਲੋਕ ਵੀ ਕਹਿਣ ਲੱਗ ਪੈਂਦੇ ਆ। ਹਾਂਜੀ। ਲੇਕਿਨ ਸ਼ੁਰੂਆਤ ਜਿੱਥੋਂ ਹੁੰਦੀ ਆ, ਹਾਂਜੀ, ਉਹਦੇ ਬਾਰੇ ਜਿਹੜੀ ਕਿਉਂਕਿ ਸਾਡੇ ਸਮਾਜ 'ਚ ਇਹ ਆਦਤ ਨਹੀਂ ਬਣੀ ਵੀ ਕਿਸੇ ਨੂੰ ਇਹ ਕਹਿਣਾ ਯਾਰ ਤੂੰ ਬਈ ਥੋੜ੍ਹਾ ਜਿਹਾ ਡਾਕਟਰ ਕੋਲ ਜਾਈਂ, ਮੈਨੂੰ ਤੂੰ ਠੀਕ ਨਹੀਂ ਲੱਗਦਾ ਤੇਰਾ ਸੰਤੁਲਨ। ਤੇ ਜੇ ਅਸੀਂ ਕਹਿੰਦੇ ਤਾਂ ਲੜਾਈ ਵੇਲੇ ਕਹਿੰਦੇ, ਉੱਦਾਂ ਹੀ ਕਹਿੰਦੇ ਨਹੀਂ। ਹਾਂਜੀ ਬਿਲਕੁਲ। ਮਤਲਬ ਜੇ ਅਸੀਂ ਥੋੜ੍ਹਾ ਜਿਹਾ ਵਿਚਾਰ ਕਰਕੇ ਕਿਸੇ ਗੱਲ ਬਾਰੇ ਵੀ ਆਪਾਂ ਵਿਚਾਰ ਕਰਕੇ ਕਹੀਏ ਬਈ ਨਵਦੀਪ ਸਿੰਘ ਜੀ ਜਾਂ ਧਰਮਚੰਦ ਜੀ ਆਪਾਂ ਇੱਦਾਂ ਕਰੋ, ਮੈਨੂੰ ਲੱਗਦਾ ਕੁਛ ਸਮਥਿੰਗ ਨੋ ਰਾਈਟ, ਯੈਸ, ਬਈ ਟਰਾਈ ਟੂ ਗੈਟ ਹੈਲਪ। ਹਾਂਜੀ, ਕਿਸੇ ਦੀ ਮਦਦ ਲੈ ਲਓ, ਸ਼ਾਇਦ ਕਮਸੀਤ ਹੋਵੇ। ਕੀ ਜਿਹੜੀਆਂ ਆਪਣੀਆਂ ਸੰਸਥਾਵਾਂ ਹੈਗੀਆਂ ਜਾਂ ਜਿਹੜੇ ਲੋਕ ਫੀਲਡ ਵਿੱਚ ਕੰਮ ਕਰਦੇ ਆ, ਆਪ ਆਪਣੇ ਅਦਾਰਿਆਂ ਵਿੱਚ, ਆਪ ਆਪਣੇ ਕੰਮਾਂ ਦੇ ਬਾਰੇ 'ਚ, ਕੀ ਉਹ ਆਪਣਾ ਰੋਲ ਪਲੇ ਅਦਾ ਕਰ ਰਹੇ ਆ ਇਹਦੇ ਵਿੱਚ ਤੁਹਾਡੇ? ਹਾਂਜੀ, ਬਹੁਤ ਹੱਦ ਤੱਕ ਕਰ ਰਹੇ ਆ। ਪਰ ਜਿਹੜਾ ਸਾਡਾ ਕਲੈਕਟਿਵ ਜਿਹੜੀ ਹੁੰਦੀ ਹੈ, ਜਿਹਨੂੰ ਅਸੀਂ ਕਲੈਕਟਿਵ ਸਾਈਕੀ ਕਹਿੰਦੇ ਆ, ਸਾਡੇ ਸਮਾਜ ਦਾ ਸਾਰਾ ਸੋਚਣ ਢੰਗ ਕੀ ਹੈਗਾ, ਉਹਦੇ ਵਿੱਚ ਹਾਲੇ ਇਹ ਗੱਲ ਮੇਰਾ ਖਿਆਲ ਜਿਹੜੀ ਹੈਗੀ ਆ, ਜਿਸ ਪੱਧਰ ਤੇ ਜਾਣੀ ਚਾਹੀਦੀ ਆ ਉਸ ਪੱਧਰ ਤੇ ਉਹ ਨਹੀਂ ਜਾ ਰਹੀ ਹੈਗੀ। ਸੋ ਐਗਜ਼ੈਕਟਲੀ ਇਹੀ ਗੱਲ ਹੈਗੀ ਹੈ ਕਿ ਅਗਰ ਤੁਸੀਂ ਮੈਨੂੰ ਇਹ ਗੱਲ ਕਹਿੰਦੇ, ਤੁਸੀਂ ਆਪਾਂ ਇੱਕ ਦੂਸਰੇ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ, ਤੁਸੀਂ ਕਹਿੰਦੇ ਨਵਦੀਪ ਤੇਰੀ ਗੱਲ ਦੇ ਵਿੱਚ ਕੋਈ ਸੈਂਸ ਜਿਹੀ ਬਣ ਨਹੀਂ ਰਹੀ ਹੈਗੀ, ਲੁੱਕ ਆਫਟਰ ਯੂਰ ਸੈਲਫ, ਜਾਂ ਤੂੰ ਕਿਤੇ ਜਿਹੜਾ ਜਾ ਕੇ ਕੁਛ ਗੱਲ ਕਰ। ਸੋ ਸਾਡਾ ਪਹਿਲਾ ਰਿਐਕਸ਼ਨ ਇਹ ਹੈਗਾ ਕਿ ਹਾਊ ਡੇਅਰ ਯੂ, ਕਿ ਤੇਰੀ ਹਿੰਮਤ ਕਿੱਦਾਂ ਹੋਈ ਮੈਨੂੰ ਇਹ ਗੱਲ ਕਹਿਣ ਦੀ ਕਿ ਮੈਂ ਪਾਗਲ ਹਾਂ। ਇਹੀ ਐਟੀਟਿਊਡ ਬਦਲਣ ਦੇ ਲਈ, ਇਹੀ ਗੱਲ ਸਿੱਖਣ ਦੇ ਲਈ ਇਹ ਜਿਹੜੀ ਮੈਂਟਲ ਹੈਲਥ ਅਵੇਅਰਨੈਸ ਜਿਹੜੀ ਹੈਗੀ ਆ ਜ਼ਰੂਰੀ ਆ, ਉਹ ਜ਼ਰੂਰੀ ਆ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਸ਼ਾਇਦ ਤੁਸੀਂ ਜਾਣਦੇ ਹੋਵੋਗੇ, ਇੱਕ ਆਪਣੇ ਇੰਗਲੈਂਡ ਦੀ ਕ੍ਰਿਕਟ ਟੀਮ ਦੇ ਵਿੱਚ ਆਪਣਾ ਮੁੰਡਾ ਹੁੰਦਾ ਸੀਗਾ ਮੌਂਟੀ ਪੈਨਿਸ, ਗੋਰੇ ਤਾਂ ਉਹਨੂੰ ਪੈਨਿਸਰ ਹੀ ਕਹਿੰਦੇ ਪਰ ਹੈਗਾ ਪਨਿਸਰ। ਉਹਨੇ 2016 ਦੇ ਵਿੱਚ ਸਪਟੈਂਬਰ ਦੇ ਵਿੱਚ BBC ਨੂੰ ਇੱਕ ਇੰਟਰਵਿਊ ਦਿੱਤੀ ਸੀ। ਠੀਕ। ਉਹਨੇ ਇਹ ਮੰਨਿਆ ਕਿ ਮੈਨੂੰ ਜਿਹੜੀ ਮੈਂਟਲ ਹੈਲਥ ਦੀ ਜਿਹੜੀ ਸੀਗੀ ਉਹ ਇਸ਼ੂ ਸੀ, ਔਰ ਕੋਈ ਵੀ ਉਹਦੇ ਘਰ ਦੇ ਆਲੇ ਦੁਆਲੇ ਦੇ ਪਰਿਵਾਰ ਦੇ ਮੈਂਬਰ ਜਿਹੜੇ ਸੀਗੇ ਮੰਨਣ ਨੂੰ ਤਿਆਰ ਨਹੀਂ ਸੀ। ਠੀਕ ਆ। ਕਿ ਜਦੋਂ ਤੁਸੀਂ ਇੱਕ ਇਸ ਲੈਵਲ ਤੇ ਖੇਡਦੇ ਹੋਵੋ, ਦੇਸ਼ ਦੇ ਲੈਵਲ ਤੇ ਖੇਡਦੇ ਹੋਵੋ, ਤੁਸੀਂ ਤਾਂ ਮੈਂਟਲੀ ਬਹੁਤ ਸਟਰੋਂਗ ਹੋਣੇ ਚਾਹੀਦੇ ਆ, ਤੁਹਾਨੂੰ ਤਾਂ ਇਹ ਗੱਲਾਂ ਤੁਸੀਂ ਤਾਂ ਝੱਟ ਇਹਨਾਂ ਨੂੰ ਸੋਲਵ ਕਰ ਲੈਣਾ ਚਾਹੀਦਾ। ਸੋ ਉਹ ਕਹਿੰਦਾ ਲੋ ਅਸੀਂ ਐਜ਼ ਏ ਸੁਸਾਇਟੀ, ਐਜ਼ ਏ ਭਾਈਚਾਰੇ ਦੇ ਤੌਰ ਤੇ ਅਸੀਂ ਇਸ ਗੱਲ ਲਈ ਪ੍ਰਿਪੇਅਰ ਨਹੀਂ ਹੈਗੇ। ਸੋ ਇਸੇ ਕਰਕੇ ਜਦੋਂ ਅਸੀਂ ਕਈ ਵਾਰੀ ਜਿਹੜੀਆਂ ਸਾਡੀਆਂ ਮੈਡੀਕਲ ਪ੍ਰੋਫੈਸ਼ਨਲ ਟੀਮਸ ਹੈਗੀਆਂ, ਉਹਨਾਂ ਨੂੰ ਸਾਡੇ ਕਲਚਰ ਬਾਰੇ ਅੰਡਰਸਟੈਂਡਿੰਗ ਨਹੀਂ ਹੈਗੀ। ਉਹ ਜਦੋਂ ਸਾਨੂੰ ਅਸੈਸ ਕਰਦੇ ਆ, ਜਿੱਦਾਂ ਮੈਂ ਪਹਿਲਾਂ ਉਦਾਹਰਨ ਦਿੱਤੀ ਸੀ, ਜਦੋਂ ਸਾਨੂੰ ਅਸੈਸ ਕਰਦੇ ਆ ਤਾਂ ਉਹਨਾਂ ਦੀ ਅਸੈਸਮੈਂਟ ਦੇ ਵਿੱਚ ਵੀ ਕਿਤੇ ਨਾ ਕਿਤੇ ਕੋਈ ਖੱਪੇ ਰਹਿ ਜਾਂਦੇ ਆ, ਗੈਪ ਰਹਿ ਜਾਂਦੇ ਆ। ਜਦੋਂ ਮੈਂਟਲ ਹੈਲਥ ਦੀ ਅਵੇਅਰਨੈਸ ਦੇ ਵਿੱਚ ਤੁਸੀਂ ਹਿੱਸਾ ਲੈਣਾ, ਹਾਂਜੀ, ਤੁਸੀਂ ਲੋਕਾਂ ਵਿੱਚ ਵਿਚਰਨਾ, ਲੋਕਾਂ ਵਿੱਚ ਗੱਲਬਾਤ ਕਰਨੀ ਹੈ, ਹਾਂਜੀ, ਕੀ ਇਹਦੇ ਤੁਹਾਨੂੰ ਮੈਂਬਰ ਬਣਨਾ ਪਊਗਾ ਜਾਂ ਖਰਚੇ ਦਾ ਕੰਮ ਆ, ਜਾਂ ਕਿੱਦਾਂ ਦੀ ਟ੍ਰੇਨਿੰਗ ਲੈਣੀ ਪਊਗੀ, ਜਾਂ ਕਿੱਥੋਂ ਟ੍ਰੇਨਿੰਗ ਲੈਣੀ ਪਊਗੀ? ਟ੍ਰੇਨਿੰਗ ਕਿਉਂਕਿ ਮੇਰੀ ਸੋਚਣੀ ਹੈ ਕਿ ਜੇ ਸਾਡੀਆਂ ਸੰਸਥਾਵਾਂ ਹੈਗੀਆਂ, ਹਾਂਜੀ, ਉਹ ਜੇ ਧਾਰਮਿਕ ਤੋਂ ਆਪਣੇ ਧਰਮ ਤੱਕ ਸੀਮਤ ਆ ਜੀ, ਜੇ ਅਸੀਂ ਸਿਆਸੀ ਕੋਈ ਦਾਇਰਾ ਹੈ ਤਾਂ ਉਹ ਸਾਡਾ ਉਹ ਸਰਕਲ ਆ, ਅਸੀਂ ਉੱਥੇ ਤੱਕ ਸੀਮਤ ਆ। ਬਿਲਕੁਲ। ਅਸੀਂ ਉਦੋਂ ਬਾਹਰ ਜਾਣਾ ਪਸੰਦ ਨਹੀਂ ਕਰਦੇ, ਨਾ ਸਾਨੂੰ ਪਤਾ ਹੀ ਹੁੰਦਾ, ਹਾਂਜੀ, ਤੇ ਨਾ ਅਸੀਂ ਸਿੱਖਣਾ ਚਾਹੁੰਦੇ ਆ। ਬਿਲਕੁਲ। ਅਸੀਂ ਕਹਿੰਦੇ ਜੋ ਮੈਂ ਕਰ ਰਿਹਾ ਇਹੀ ਇਹਦੋਂ ਵਧੀਆ ਹੋਰ ਕੋਈ ਕੰਮ ਹੈ ਨਹੀਂ ਗਾ ਜੀ। ਕਿਉਂਕਿ ਜਿਹੜਾ ਇਹ ਕਿੰਨਾ ਕੁ ਮੁਸ਼ਕਿਲ ਆ ਲੋਕਾਂ ਵਿੱਚ ਜਾ ਕੇ ਪ੍ਰਚਾਰ ਕਰਨਾ ਕਿ ਵੀ ਆਪਣੀ ਜਿਹੜਾ ਸੰਤੁਲਨ ਆ ਇਹਦਾ ਧਿਆਨ ਰੱਖੋ, ਜਾਂ ਤੁਸੀਂ ਆਹ ਜਿਹੜੀ ਹੈਲਪ ਹੈਗੀ ਆ ਇਹ ਅਵੇਲੇਬਲ ਹੈਗੀ ਆ, ਅਗਰ ਤੁਹਾਨੂੰ ਕੋਈ ਇਸ਼ੂ ਹੈ ਤਾਂ। ਹਾਂਜੀ। ਪਰ ਲੋਕਾਂ ਤੱਕ ਗੱਲ ਪਹੁੰਚਾਉਣ ਦਾ ਮਤਲਬ ਕੋਈ ਟ੍ਰੇਨਿੰਗ ਤਾਂ ਲੈਣੀ ਪੈਂਦੀ ਹੋਊਗੀ? ਨਹੀਂ, ਲੋਕਾਂ ਦੇ ਵਿੱਚ ਜਿਹੜੀਆਂ ਚੈਰਿਟੀਜ਼ ਹੈਗੀਆਂ, ਹਾਂਜੀ, ਹਾਂ, ਉਹਨਾਂ ਨੂੰ ਵੀ ਜੁਆਇਨ ਕਰਨ ਲਈ, ਹਾਂਜੀ, ਕੁਛ ਉਹਨਾਂ ਦਾ ਕੋਈ ਹੋਊਗਾ ਕੋਈ ਤਰੀਕਾ? ਹਾਂ, ਜ਼ਿਆਦਾਤਰ ਜਿਹੜੀਆਂ ਚੈਰਿਟੀਆਂ ਹੁੰਦੀਆਂ, ਸੈਲਫ ਹੈਲਪ ਗਰੁੱਪ ਹੁੰਦੇ ਆ, ਉਹਨਾਂ ਨੂੰ ਜੁਆਇਨ ਕਰਨ ਲਈ ਤੁਹਾਡਾ ਕੋਈ ਖਰਚਾ ਨਹੀਂ ਹੁੰਦਾ। ਸੋ ਬਹੁਤ ਸਾਰੇ ਜਿਹੜੇ ਇੱਕ ਚੈਰਿਟੀ ਮਾਈਂਡ ਹੈਗੀ ਆ, ਉਹਨਾਂ ਦੇ ਤੁਸੀਂ ਵੈਬਸਾਈਟ 'ਤੇ ਜਾ ਕੇ ਵੀ ਦੇਖ ਸਕਦੇ ਹੈਗੇ ਆ, ਤੁਸੀਂ ਉਹਨਾਂ ਦੇ ਵੋਲੰਟੀਅਰ ਵੀ ਬਣ ਸਕਦੇ ਹੈਗੇ ਆ, ਤੁਸੀਂ ਉਹਨਾਂ ਦੇ ਜਿਹੜੇ ਸੈਲਫ ਹੈਲਪ ਗਰੁੱਪ ਹੈਗੇ ਆ
ਉਹਨਾਂ ਦਾ ਹਿੱਸਾ ਵੀ ਬਣ ਕੇ ਤੁਸੀਂ ਆਪਣੀ, ਅਗਰ ਤੁਹਾਨੂੰ ਇਹ ਲੱਗਦਾ ਕਿ ਤੁਸੀਂ ਆਪਣੇ ਭਾਈਚਾਰੇ ਦੇ ਵਿੱਚ ਗੱਲ ਨਹੀਂ ਕਰ ਸਕਦੇ ਕਿਉਂਕਿ ਤੁਹਾਡਾ ਮਜ਼ਾਕ ਉਡਾਇਆ ਜਾਊਗਾ ਜਾਂ ਤੁਹਾਡੀ ਸ਼ਰਮਿੰਦਗੀ ਹੋਊਗੀ ਜਾਂ ਤੁਹਾਡੇ ਬਹੁਤ ਸਾਰੇ ਅਸਰ ਅਸੀਂ ਸੋਚਦੇ ਹੈਗੇ ਆ ਵੀ ਸਾਡੇ ਪਰਿਵਾਰ 'ਤੇ ਹੋ ਸਕਦੇ ਆ ਜਾਂ ਸਾਡੇ ਇੰਡੀਵਿਜੂਅਲੀ ਹੋ ਸਕਦੇ ਆ। ਸੋ ਜਿਹੜੇ ਸੈਲਫ ਹੈਲਪ ਗਰੁੱਪ ਹੈਗੇ ਆ ਉਹ ਜਿਹੜੇ ਲੋਕ ਜ਼ਿਆਦਾਤਰ ਇਹ ਹੁੰਦੇ ਆ ਕਿ ਉਹ ਆਪ ਮੈਂਟਲ ਹੈਲਥ ਜਿਹੜੀ ਆ ਉਹਦੇ ਵਿੱਚ ਉਹਨੂੰ ਡੀਲ ਕਰ ਰਹੇ ਹੁੰਦੇ ਆ। ਸੋ ਤੁਹਾਡੀ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਜਿਹੜੇ ਹੈਗੇ ਆ ਸਮਝ ਸਕਦੇ ਹੁੰਦੇ ਆ। ਸੋ ਤੁਸੀਂ ਉਹਨਾਂ ਨਾਲ ਕਰ ਸਕਦੇ ਆ। ਇਹਦੇ ਵਿੱਚ ਕੋਈ ਖਰਚਾ ਨਹੀਂ ਹੈਗਾ। ਇੱਕ ਜਿਹੜਾ ਟੌਪਿਕ ਤੁਸੀਂ ਪੁਆਇੰਟ ਮੈਂਸ਼ਨ ਕੀਤਾ ਹੈਗਾ ਕਿ ਸਾਨੂੰ ਇਹਦੇ 'ਤੇ ਕੀ ਖਰਚਾ ਕਰਨਾ ਪਊਗਾ ਜਾਂ ਅਸੀਂ ਪੜ੍ਹਦੇ ਨਹੀਂ ਹੈਗੇ, ਮੇਰੇ ਖਿਆਲ ਜਿਹੜੀ ਸਾਡੀ ਸਾਰਿਆਂ ਨੂੰ ਵੱਡੀ ਪ੍ਰੋਬਲਮ ਹੈਗੀ ਆ ਉਹ ਇਹੀ ਆ ਕਿ ਜਦੋਂ ਅਸੀਂ ਸਕੂਲ ਕਾਲਜ 'ਚੋਂ ਨਿਕਲ ਜਾਂਦੇ ਆ ਸਾਡਾ ਕਿਤਾਬਾਂ ਦੇ ਨਾਲ ਜਿਹੜਾ ਵਾਸਤਾ ਆ ਟੁੱਟ ਜਾਂਦਾ, ਉਹ ਟੁੱਟ ਜਾਂਦਾ। ਅੱਜ ਜਿਹੜਾ ਸਾਡੇ ਆਲੇ ਦੁਆਲੇ ਦਾ ਸਮਾਜ ਹੈਗਾ ਉਹ ਤਕਨੀਕੀ ਤੌਰ 'ਤੇ, ਸਿਆਸੀ ਤੌਰ 'ਤੇ, ਭਾਈਚਾਰਕ ਤੌਰ 'ਤੇ ਉਹ ਇੰਨੀ ਤੇਜ਼ੀ ਨਾਲ ਜਿਹੜਾ ਹੈਗਾ ਉਹ ਬਦਲਦਾ ਕਿ ਕਈ ਵਾਰੀ ਸਾਨੂੰ ਸਮਝ ਨਹੀਂ ਆਉਂਦੀ ਕਿ ਅੱਜ 10 ਸਾਲ ਪਹਿਲਾਂ ਆ ਸੀ ਤਾਂ ਹੁਣ ਅਸੀਂ ਕਿੱਥੇ ਆ ਗਏ ਹਾਂ। ਸੋ ਉਹਦੇ ਲਈ ਤੁਹਾਨੂੰ ਕਨਸਟੈਂਟਲੀ ਜਿਹੜਾ ਹੈਗਾ ਥੋੜ੍ਹਾ ਬਹੁਤੇ ਪੜ੍ਹਦੇ ਰਹਿਣਾ ਚਾਹੀਦਾ। ਇਹ ਤੁਹਾਡੇ ਲਈ ਬਹੁਤ ਵਧੀਆ ਗੱਲ ਹੈਗੀ ਤਾਂ ਕਿ ਤੁਸੀਂ ਨਵੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਸਿੱਖਦੇ ਰਹੋ। ਤੁਹਾਡਾ ਚੈਨਲ ਹੈਗਾ ਕਾਂਸ਼ੀ ਟੀਵੀ, ਉਹ ਮੇਰੇ ਖਿਆਲ ਬਹੁਤ ਵੱਡੀ ਇਹ ਪਹਿਲ ਕਰ ਰਿਹਾ ਹੈਗਾ ਕਿ ਅਸੀਂ ਇਹ ਜਿਹੜੇ ਇਸ਼ੂ ਆ ਉਹ ਅਸੀਂ ਆਪਣੇ ਭੈਣਾਂ ਭਰਾਵਾਂ ਨਾਲ ਸਾਂਝੇ ਕਰੀਏ ਤਾਂ ਕਿ ਜੇ ਕੁਛ ਹੋਰ ਨਹੀਂ, ਹਰੇਕ ਦਾ ਮਸਲੇ ਦਾ ਹੱਲ ਜਿਹੜਾ ਸ਼ੁਰੂ ਹੁੰਦਾ ਉਹ ਗੱਲਬਾਤ ਤੋਂ ਹੁੰਦਾ। ਕਿਤੇ ਨਾ ਕਿਤੇ ਗੱਲਬਾਤ ਹੁੰਦੀ ਆ, ਅਸੀਂ ਜਿਹੜੀ ਪ੍ਰੋਬਲਮ ਹੈ ਉਹਨੂੰ ਆਇਡੈਂਟੀਫਾਈ ਕਰਦੇ ਹਾਂ ਕਿ ਸਾਡੇ ਵਿੱਚ ਆਹ ਜਿਹੜਾ ਇਸ਼ੂ ਹੈਗਾ ਤਾਂ ਕਿ ਅਸੀਂ ਉਹਦੇ ਕੋਈ ਹੱਲ ਵੱਲ ਮੈਂਟਲ ਹੈਲਥ ਅਵੇਅਰਨੈਸ ਦਾ ਜਿਹੜਾ ਪ੍ਰੋਗਰਾਮ ਆ ਮੇਰਾ ਖਿਆਲ ਕਾਂਸ਼ੀ ਟੀਵੀ ਪਹਿਲਾ ਚੈਨਲ ਆ ਜਿਹੜਾ ਕਰ ਰਿਹਾ, ਹਲੇ ਹੋਰ ਕਿਸੇ ਨੇ ਨਹੀਂ ਕੀਤਾ ਸ਼ੋ, ਤੇ ਕੱਲ ਨੂੰ ਕਰਨ ਵਧੀਆ ਗੱਲ ਆ। ਬਿਲਕੁਲ, ਹਾਂਜੀ। ਅੱਛਾ, ਜਿਹੜੇ ਦਿਮਾਗੀ ਸੰਤੁਲਨ ਦੀ ਗੱਲ ਹੈਗੀ ਆ, ਇਹ ਐਕਚੁਅਲੀ ਇਹ ਮਸਲਾ ਹੈ ਔਖਾ, ਡਿਸਕਸ ਕਰਨਾ ਵੀ ਔਖਾ ਮਸਲਾ ਹੈ। ਬਿਲਕੁਲ, ਹਾਂਜੀ। ਕਿਉਂਕਿ ਕਿਸੇ ਨੂੰ ਇਹ ਕਹਿਣਾ ਕਿ ਤੈਨੂੰ ਇਹ ਕੁਛ ਨੁਕਸ ਹੋ ਸਕਦਾ, ਹਾਂਜੀ, ਜਿਹੜਾ ਤੇਰਾ ਮੈਂਟਲ ਸਟੇਟਸ ਹੈਗਾ ਉਹ ਸਹੀ ਨਹੀਂ ਹੈਗਾ, ਇਹਦੇ ਬਾਰੇ ਕੁਛ ਕਰੋ। ਇਹ ਕਿਉਂਕਿ ਬੰਦਾ ਜਿੰਨਾ ਚਿਰ ਉਹਨੂੰ ਸੰਗਲ ਨਹੀਂ ਲੱਗ ਜਾਂਦੇ, ਜਿੰਨਾ ਚਿਰ ਹਸਪੀਟਲ ਨਹੀਂ ਉਹਨਾਂ ਚਿਰ ਉਹਨੂੰ ਆਪਾਂ ਬਿਮਾਰ ਨਹੀਂ ਕਹਿੰਦੇ ਜੀ। ਇਹ ਕਿਸੇ ਨੂੰ ਅਹਿਸਾਸ ਕਰਾਉਣਾ ਜੇ ਮੈਂ ਸਮਝਦਾ ਬਹੁਤ ਵੱਡਾ ਕੰਮ ਹੈ। ਹਾਂਜੀ, ਕਿਉਂਕਿ ਇਹ ਹੈ ਕਿ ਇੱਦਾਂ ਦੀ ਬਿਮਾਰੀ ਆ ਸੰਤੁਲਨ, ਦਿਮਾਗੀ ਸੰਤੁਲਨ, ਜਿਹੜਾ ਬੰਦਾ ਮਰੀਜ਼ ਆ ਉਹਨੂੰ ਪਤਾ ਨਹੀਂ ਲੱਗਦਾ। ਹਾਂਜੀ, ਜਿਹੜੇ ਉਹਨਾਂ ਵਿਚਰ ਰਹੇ ਆ, ਹਾਂਜੀ, ਉਹਨਾਂ ਨੂੰ ਪਤਾ ਲੱਗਦਾ। ਬਿਲਕੁਲ। ਤੇ ਕੀ ਕੀਤਾ ਜਾਵੇ ਜਾਂ ਕਿਹੋ ਜਿਹਾ ਐਟੀਟਿਊਡ ਬੰਦੇ ਦਾ ਹੋਣਾ ਚਾਹੀਦਾ ਕਿ ਬਿਮਾਰ ਬੰਦੇ ਨੂੰ ਇਹ ਕਹਿ ਸਕੇ ਯਾਰ ਮੈਨੂੰ ਲੱਗਦਾ ਵੀ ਤੈਨੂੰ ਜ਼ਰੂਰਤ ਆ ਹੈਲਪ ਦੀ, ਜਾਂ ਉਹਦੇ ਮਾਂ-ਬਾਪ ਨੂੰ ਜਾਂ ਉਹਦੇ ਘਰ ਵਾਲਿਆਂ ਨੂੰ। ਹਾਂਜੀ, ਕੁਝ ਜਿੱਦਾਂ ਹੁਣ ਤੁਸੀਂ ਮਤਲਬ ਕਾਫੀ ਇਹਦੇ ਜਾਣਦੇ ਸਿੰਪਟਮਸ ਕਿੱਦਾਂ, ਹਾਊ ਟੂ ਸੀ ਪੀਪਲ ਹੈ ਹਾਂਜੀ, ਹੈ ਨਾ, ਐਜ਼ ਅ ਮੈਂਟਲੀ ਅਨਫਿਟ, ਤੇ ਉਹ ਇਹ ਕਿੱਦਾਂ ਕਰਦੇ ਆ, ਕਿੱਦਾਂ ਲੋਕਾਂ ਤੱਕ ਤੁਸੀਂ ਕਰੋਗੇ ਪੇਸ਼ੈਂਟ ਨੂੰ ਬਈ ਹੈਲਪ ਚਾਹੀਦੀ ਆ, ਉਹ ਪੇਸ਼ੈਂਟ ਤੱਕ ਗੱਲ ਕਿੱਦਾਂ ਪਹੁੰਚਾਓਗੇ, ਕਿੱਦਾਂ ਪਹੁੰਚਦੀ ਹੈ? ਹਾਂਜੀ, ਇਹਦੇ ਦੋ ਸਿੱਧਾ ਤਾਂ ਕਹਿ ਨਹੀਂ ਸਕਦੇ, ਪਹਿਲਾਂ ਗੱਲ ਕਿਹਾ ਸੀ ਤੁਹਾਨੂੰ ਹਾਊ ਡੇ ਯੂ ਸੇ, ਹਾਊ ਡੇ, ਬਿਲਕੁਲ ਬਿਲਕੁਲ। ਸੋ ਉਹਦੇ ਲਈ ਦੇਖੋ ਦੋਨੇ ਪੁਆਇੰਟ ਹੈ ਜਿਹੜਾ ਆਪਾਂ ਪੁਆਇੰਟ ਪਹਿਲਾਂ ਡਿਸਕਸ ਕਰਕੇ ਹਟੇ ਹਾਂ ਕਿ ਅਗਰ ਸਾਡੇ ਵਿੱਚ ਅਵੇਅਰਨੈਸ ਹੈਗੀ ਆ, ਹਾਂਜੀ, ਸਾਨੂੰ ਪਤਾ ਹੈਗਾ ਕਿ ਮੈਂਟਲ ਹੈਲਥ ਦਾ ਇਸ਼ੂ ਹੋ ਸਕਦਾ, ਮੈਂਟਲ ਹੈਲਥ ਦੀ ਜਿਹੜੀ ਮੈਂਟਲ ਹੈਲਥ ਹੈਗੀ ਆ ਉਹ ਕਿਸੇ ਦੀ ਵੀ ਕਿਸੇ ਵੇਲੇ ਵੀ ਖਰਾਬ ਹੋ ਸਕਦੀ, ਕਿਸੇ ਕਾਰਨ ਕਰਕੇ ਵੀ ਉਹ ਜਿਹੜੀ ਹੈਗੀ ਉਹ ਖਰਾਬ ਹੋ ਸਕਦੀ ਆ। ਸੋ ਪਹਿਲੀ ਗੱਲ ਤਾਂ ਇਹ ਸਾਨੂੰ ਕਿ ਇਹਦੇ ਨਾਲ ਜਿਹੜਾ ਸਟਿਗਮਾ ਆ, ਜਿਹੜਾ ਤੁਸੀਂ ਹੁਣ ਸ਼ਬਦ ਵਰਤ ਕੇ ਹਟੇ ਆ ਕਿ ਜਿੰਨਾ ਚਿਰ ਸੰਗਲ ਨਹੀਂ ਲੱਗ ਜਾਂਦੇ, ਜਦੋਂ ਅਸੀਂ ਪਾਗਲਪਣ ਬਾਰੇ ਸੋਚਦੇ ਆ ਤਾਂ ਸਾਡੇ ਦੋ ਹੀ ਕਨਸੈਪਟ ਆ। ਇੱਕ ਤਾਂ ਤੁਸੀਂ ਨਹਾਉਣਾ ਧੋਣਾ ਛੱਡ ਦਿੱਤੇ, ਕੱਪੜੇ ਹੋ ਗਏ, ਤੁਹਾਡੀ ਸ਼ਕਲ ਬਦਸੂਰਤ ਹੋ ਗਏ, ਔਰ ਦੂਸਰਾ ਕਿਤੇ ਤੁਹਾਨੂੰ ਕਿਤੇ ਸੰਗਲ ਲਾ ਕੇ ਤੁਹਾਨੂੰ ਬੰਨ੍ਹ ਦਿੱਤਾ। ਸੋ ਇਹ ਜਿਹੜਾ ਇਮੇਜ ਆ ਇਹ ਸਾਨੂੰ ਤੋੜਨਾ ਪੈਣਾ। ਓਕੇ, ਕਿ ਮੈਂਟਲ ਹੈਲਥ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ ਸੰਗਲ ਹੀ ਲੱਗਣਾ ਜਾਂ ਤੁਹਾਨੂੰ ਕਿਸੇ ਜਿਹੜਾ ਹੈਗਾ ਮੈਂਟਲ ਹੈਲਥ ਸੈਕਸ਼ਨ ਜਿਹੜਾ ਹੈਗਾ ਉਹਦੇ ਅੰਡਰ ਤੁਹਾਨੂੰ ਕਿਤੇ ਜੇਲ੍ਹ ਦੇ ਵਿੱਚ ਹੀ ਦੇਣਾ ਪੈਣਾ, ਇਹ ਨਹੀਂ ਹੈਗਾ। ਕਰਕੇ ਇਹੀ ਹੈਗਾ ਕਿ ਬਹੁਤ ਵੱਡਾ ਸਪੈਕਟਰਮ ਹੈਗਾ, ਬਹੁਤ ਵੱਡਾ ਜਿਹੜਾ ਥਾਂ ਹੈਗਾ ਜਿਹਦੇ ਵਿੱਚ ਤੁਸੀਂ ਆਰਾਮ ਦੇ ਨਾਲ ਛੋਟੀਆਂ-ਛੋਟੀਆਂ ਗੱਲਾਂ ਦੇ ਨਾਲ ਠੀਕ ਹੋ ਸਕਦੇ ਆ। ਉਹਦੀ ਇੱਕ ਐਗਜ਼ਾਮਪਲ ਹੈਗੀ CBT, ਉਹਨੂੰ ਅਸੀਂ ਕਹਿੰਦੇ ਆ ਕੋਗਨੀਟਿਵ ਬਿਹੇਵੀਅਰ ਥੈਰੇਪੀ, ਜਿਹੜੀ ਹੈਗੀ ਆ, ਜਿਹੜੀ ਕਿ ਕਾਉਂਸਲਿੰਗ ਨਾਲ ਉਹ ਬੜੀ ਵਧੀਆ ਠੀਕ ਹੋ ਜਾਂਦੀ ਆ। ਸੋ ਇੱਕ ਤਾਂ ਅਸੀਂ ਇਹ ਕਰ ਸਕਦੇ ਹੈਗੇ ਆ ਕਿ ਇਹ ਜਿਹੜਾ ਸਾਡੇ ਮਨ ਦੇ ਵਿੱਚ ਬੈਠਾ ਆ ਕਿ ਸੰਗਲ ਵਾਲਾ ਕਨਸੈਪਟ ਆ, ਉਹਨੂੰ ਅਸੀਂ ਕਹੀਏ ਵੀ ਇਹ ਜੇ ਤੁਸੀਂ ਕਹੋ ਇਹਨਾਂ ਨੇ ਸ਼ਬਦ ਮੈਂਟਲ ਅਸਾਈਲਮ ਜਿਹੜਾ ਆ ਉਹ ਵਰਤਣਾ ਬਹੁਤ ਚਿਰ ਦਾ ਬੰਦ ਕਰ ਦਿੱਤਾ। ਠੀਕ ਹੈ। ਸੋ ਸਾਨੂੰ ਇਹ ਸਮਝਣਾ ਚਾਹੀਦਾ ਕਿ ਮੈਂਟਲ ਅਸਾਈਲਮ ਨਹੀਂ ਐਨੀਮੋਰ,
ਕਿ ਉਹ ਸੰਗਲ ਵਾਲੀ ਗੱਲ ਜਿਹੜੀ ਹੈਗੀ ਆ ਉਹ ਨਹੀਂ ਹੈਗੀ। ਇੱਕ ਤਾਂ ਇਹ ਦੂਸਰਾ ਜਿਹੜਾ ਸਾਡਾ ਹੈਗਾ ਕਿ ਇਹਨੂੰ ਅਸੀਂ ਜਿਹੜਾ ਟੈਬੂ ਸਬਜੈਕਟ ਹੈਗਾ, ਸਟਿਗਮਾ ਹੈਗਾ ਹੈ ਨਾ, ਜਿਹਨੂੰ ਆਪਾਂ ਧੱਬਾ ਕਹਿੰਦੇ ਆ, ਉਹ ਗੱਲ ਨਹੀਂ ਹੈਗੀ। ਇਹਨੂੰ ਅਸੀਂ ਸਰੀਰਕ ਸਿਹਤ ਵਾਂਗੂ ਹੀ ਜਿਹੜਾ ਹੈਗਾ ਉਹਨੂੰ ਟਰੀਟ ਕਰੀਏ। ਅਗਰ ਤੁਹਾਡੇ ਕੋਈ ਦੋਸਤ ਮਿੱਤਰ, ਤੁਹਾਡਾ ਕੋਈ ਰਿਸ਼ਤੇਦਾਰ ਜਿਹੜਾ ਹੈਗਾ ਤੁਹਾਡੇ ਗੱਲ ਇਹ ਧਿਆਨ 'ਚ ਲਿਆਉਂਦਾ, ਸੋ ਉਹਦੀ ਤੁਸੀਂ ਗੱਲ ਸੁਣੋ, ਉਹਨੂੰ ਰਿਐਕਟ ਨਾ ਕਰੋ, ਠੀਕ ਹੈ, ਔਰ ਉਹਦਾ ਨੋਟਿਸ ਲੈ ਕੇ ਇਹ ਕਰੋ ਵੀ ਹਾਂ ਇਹ ਗੱਲ ਜਿਹੜੀ ਹੈਗੀ ਆ ਤੁਸੀਂ ਖੁਦ ਅਬਜ਼ਰਵ ਕਰੋ। ਜਿਹੜਾ ਪਰਿਵਾਰ ਦੇ ਮੈਂਬਰ ਹੈ, ਜਿੱਦਾਂ ਹੁਣ ਤੁਸੀਂ ਗੱਲ ਕਰਦੇ ਕਿ ਅਸੀਂ ਸਿੱਧਾ ਨਵਦੀਪ ਨੂੰ ਨਹੀਂ ਜਾ ਕੇ ਕਹਿ ਸਕਦੇ ਵੀ ਤੇਰਾ ਤਾਂ ਦਿਮਾਗ ਹੁਣ ਹਿੱਲ ਚੱਲਿਆ, ਗੋ ਸਮਵੇਅਰ, ਹੈ ਨਾ। ਅਗਰ ਤੁਸੀਂ ਮੇਰੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਕਹਿੰਦੇ ਆ ਵੀ ਮੈਨੂੰ ਆਹ ਗੱਲ ਨੋਟਿਸ ਹੋਈ ਆ, ਤੇ ਮੇਰੇ ਪਰਿਵਾਰ ਦੇ ਮੈਂਬਰ ਜਾਂ ਮੇਰਾ ਜਿਹੜਾ ਦੋਸਤਾਂ ਦਾ ਹੈਗਾ ਉਹ ਵੀ ਖਿਆਲ ਰੱਖਣ। ਅਗਰ ਉਹ ਤੁਹਾਡੀ ਗੱਲ ਜਿਹੜੀ ਹੈਗੀ ਆ ਉਹ ਦੂਸਰੇ ਵੀ ਨੋਟਿਸ ਕਰਦੇ ਆ, ਤਾਂ ਫਿਰ ਹੌਲੀ ਹੌਲੀ ਜਿਹੜਾ ਹੈਗਾ ਆ ਤੁਸੀਂ ਆਪਣੇ ਪਰਿਵਾਰ ਦਾ ਮੈਂਬਰ ਹੈਗਾ ਜਾਂ ਤੁਹਾਡਾ ਦੋਸਤ ਮਿੱਤਰ ਹੈਗਾ ਉਹਨੂੰ ਕੌਨਫੀਡੈਂਸ ਵਿੱਚ ਲੈ ਕੇ ਤੁਸੀਂ ਕਰ ਸਕਦੇ। ਸੋ ਇਹ ਕਮਿਊਨੀਕੇਸ਼ਨ ਦਾ ਪ੍ਰੋਸੈਸ। ਸਮਾਜ ਵਿੱਚ ਇੱਕ ਲਫ਼ਜ਼ ਵਰਤਿਆ ਜਾਂਦਾ ਭਲਾ ਮਾਨਸ, ਹਾਂਜੀ, ਜਾਂ ਸਿੱਧਾ ਕਹਿ ਲਓ। ਬਿਲਕੁਲ। ਜਿਹੜੀ ਪ੍ਰੋਬਲਮ ਆ ਜੀ ਬਹੁਤ ਸਾਰੇ ਪਰਿਵਾਰਾਂ ਵਿੱਚ ਇੱਦਾਂ ਹੁੰਦੀ ਹੈ, ਕੋਈ ਬੱਚਾ ਉਹ ਬਾਕੀ ਬੱਚਿਆਂ ਨਾਲੋਂ ਹਾਂਜੀ ਸਲੋ ਹੁੰਦਾ, ਹਾਂਜੀ, ਗੱਲ ਕਰਨ ਨੂੰ ਵੀ, ਐਕਸ਼ਨ ਕਰਨ ਨੂੰ ਵੀ, ਉੱਦਾਂ ਆਪਣੇ ਕੰਮ ਤੱਕ ਠੀਕ ਹੈ, ਖਾਣ ਪੀਣ ਨੂੰ ਠੀਕ ਹੈ, ਗਲਾਸੀ ਵੀ ਸਭ ਕੁਛ ਕਰੀ ਜਾਊਗਾ, ਲੇਕਿਨ ਐਕਚੁਅਲੀ ਤੁਹਾਨੂੰ ਪਤਾ ਦਿਮਾਗੀ ਤੌਰ 'ਤੇ ਹੀ ਇਜ਼ ਨਾਟ ਅਲਰਟ ਐਜ਼ ਹੀ ਸ਼ੁੱਡ ਬੀ। ਕਿਉਂਕਿ ਅਸੀਂ ਪਿਨ ਪੁਆਇੰਟ ਨਹੀਂ ਕਰਦੇ ਵੀ ਹੀ ਨੀਡਸ ਹੈਲਪ। ਬਿਲਕੁਲ। ਇਹ ਗੱਲ ਬਹੁਤ ਜ਼ਰੂਰੀ ਆ ਕਿ ਸਾਨੂੰ ਚਾਹੀਦਾ ਕਿ ਅਗਰ ਬੱਚਾ, ਤੁਹਾਨੂੰ ਪਤਾ ਵੀ ਤੁਹਾਡੇ ਇੱਕ ਬੱਚੀ ਆ, 2 ਬੱਚੇ ਹੋਰ ਆ, ਤਾਂ ਇੱਕ ਇਹ ਬੱਚਾ ਜਿਹੜਾ ਹੈਗਾ ਉਹ ਬਾਕੀਆਂ ਨਾਲੋਂ ਡਿਫਰੈਂਟ ਰਿਐਕਟ ਕਰ ਰਿਹਾ, ਤਾਂ ਉਹਦੇ ਵਿੱਚ ਜਾਣੀ ਬਜਾਏ ਇਸ ਦੇ ਕਿ ਤੁਸੀਂ ਉਹਨੂੰ ਸਪੈਸ਼ਲ ਖਾਣਾ ਸ਼ੁਰੂ ਕਰ ਦਿਓ, ਉਹਨੂੰ ਸਪੈਸ਼ਲ ਉਹਦੇ ਜ਼ਿਆਦਾ ਲੁੱਕ ਆਫ ਕਰਨ ਲੱਗ ਪਓ। ਜੇ ਉਹਨੂੰ ਮੈਡੀਕਲ ਅਟੈਂਸ਼ਨ ਦੀ ਲੋੜ ਆ ਤਾਂ ਉਹ ਜ਼ਰੂਰ ਦੋਣੀ ਚਾਹੀਦੀ ਆ, ਇਹ ਤੁਸੀਂ ਕਹਿ ਰਹੇ ਆ। ਹਾਂਜੀ, ਉਹਦੇ ਵਿੱਚ ਸਾਨੂੰ ਧਰਮਚੰਦ ਜੀ ਇਹ ਵੀ ਗੱਲ ਯਾਦ ਰੱਖਣੀ ਚਾਹੀਦੀ ਆ ਕਿ ਤੁਹਾਡੀ ਆਪਣੀ ਪਰਸਨੈਲਿਟੀ ਆ, ਮੇਰੀ ਆਪਣੀ ਆ, ਮੇਰੇ ਪਰਿਵਾਰ ਦੇ ਹੋਰ ਮੈਂਬਰ ਆ ਉਹਨਾਂ ਦੀ ਆਪਣੀ ਆ, ਤੁਹਾਡੇ ਜਿਹੜੇ ਆਪਣਾ ਫਰੈਂਡ ਸਰਕਲ ਆ ਉਹਨਾਂ ਦੀ ਆਪਣੀ ਆ। ਜਿਹੜਾ ਬੱਚਾ ਜਾਂ ਜਿਹੜਾ ਮਨੁੱਖ ਪੂਰਾ ਪ੍ਰੋਡਕਟਿਵ ਨਹੀਂ ਹੁੰਦਾ ਸੋਸਾਇਟੀ ਦੇ ਵਿੱਚ, ਜਿਹਨੂੰ ਇਹ ਲੱਗਦਾ ਵੀ ਇਹਨੂੰ ਤਾਂ ਵਧੀਆ ਜੋਬ ਨਹੀਂ ਮਿਲਣੀ, ਇਹ ਤਾਂ ਪੈਸੇ ਨਹੀਂ ਕਮਾ ਸਕਦਾ, ਇਹ ਤਾਂ ਬਿਜ਼ਨਸ ਨਹੀਂ ਕਰ ਸਕਦਾ, ਅਸੀਂ ਉਹਨੂੰ ਪੂਰਾ ਪ੍ਰੋਡਕਟਿਵ ਨਹੀਂ ਸਮਝਦੇ। ਅਸੀਂ ਉਹਨੂੰ ਕਹਿੰਦੇ ਵੀ ਇਹ ਸਿੱਧਾ ਆ, ਇਹ ਮਾਨਸਿਕ ਤੌਰ 'ਤੇ ਇਹ ਪਿੱਛੇ ਰਿਹਾ ਆ। ਪਰ ਇਹ ਜ਼ਰੂਰੀ ਨਹੀਂ ਕਿ ਉਹਨੂੰ ਮਾਨਸਿਕ ਸਮੱਸਿਆ ਹੋਵੇ। ਓਕੇ। ਇਹ ਵੀ ਹੋ ਸਕਦਾ ਕਿ ਉਹ ਕਲਾ ਦੇ ਪੱਖ ਤੋਂ ਤੁਹਾਡੇ ਸਾਰੇ ਜਾਂ ਪਰਿਵਾਰ ਨਾਲੋਂ, ਤੁਹਾਡੇ ਸਾਰੇ ਪਿੰਡ ਨਾਲੋਂ, ਤੁਹਾਡੇ ਸਾਰੇ ਜ਼ਿਲ੍ਹੇ ਨਾਲੋਂ ਉਹਦੇ ਵਿੱਚ ਵਧੀਆ ਐਬਿਲਿਟੀ ਹੋਵੇ। ਸੋ ਸਾਨੂੰ ਜਿਹੜੀਆਂ ਗੱਲਾਂ ਜੋੜ ਕੇ ਸਿਰਫ ਕਿ ਉਹ ਕਿੰਨੇ ਪੈਸੇ ਕਮਾ ਸਕਦਾ, ਇਸ ਗੱਲ ਤੋਂ ਜੋੜ ਕੇ ਸਾਨੂੰ ਮੈਂਟਲ ਹੈਲਥ ਵੱਲ ਨੂੰ ਧਿਆਨ ਨਹੀਂ ਦੇਣਾ ਚਾਹੀਦਾ। ਹਾਂ, ਅਗਰ ਉਹ ਬੱਚਾ ਕੋਈ ਇੱਦਾਂ ਦੇ ਕਰਦਾ ਕਿ ਜਿੱਦਾਂ ਹੁਣ ਔਟਿਜ਼ਮ ਹੈਗਾ ਆ, ਐਸਪਰਗਸ ਜਿਹੜਾ ਹੈਗਾ ਕੰਡੀਸ਼ਨ ਹੈਗੀ ਆ, ਜਾਂ ਡਿਸਲੈਕਸਿਕ ਜਿਹੜੇ ਬੱਚੇ ਹੈਗੇ ਆ, ਉਹਨਾਂ ਦੀਆਂ ਆਪਣੀਆਂ ਕੁਛ ਨੀਡਸ ਆ। ਜੇ ਹੁਣ ਤੁਸੀਂ ਸੋਚੋ ਜਿਹੜਾ ਰਿਚਰਡ ਬ੍ਰਾਂਸਨ ਆ, ਵਰਜਨ ਦਾ ਚੇਅਰਮੈਨ CEO ਸਾਰਾ ਕਰਤਾ ਧਾਤਾ, ਉਹ ਬੰਦਾ ਡਿਸਲੈਕਸਿਕ ਆ, ਉਹ ਪੂਰਾ ਸੈਂਟੈਂਸ ਨਹੀਂ ਲਿਖ ਸਕਦਾ, ਠੀਕ ਆ। ਸੋ ਉਹਦਾ ਮਤਲਬ ਜਦੋਂ ਅਸੀਂ ਮੈਂਟਲ ਹੈਲਥ ਬਾਰੇ ਵੀ ਸੋਚਦੇ ਹਾਂ, ਜਿਹੜੀ ਗੱਲ ਅਸੀਂ ਨਾਲ ਇਹ ਜੋੜਦੇ ਹਾਂ ਕਿ ਇਹ ਬੰਦਾ ਹੁਣ ਪ੍ਰੋਡਕਟਿਵ ਨਹੀਂ ਰਿਹਾ, ਚਾਹੇ ਔਰਤ ਹੈ ਚਾਹੇ ਉਹ ਮਰਦ ਆ। ਸੋ ਇਸ ਕਰਕੇ ਸਾਡੇ ਸਮਾਜ ਦਾ ਉਹਦੇ ਪ੍ਰਤੀ ਨਜ਼ਰੀਆ ਜਿਹੜਾ ਹੈਗਾ ਆ ਉਹ ਥੋੜ੍ਹਾ ਅਲੱਗ ਹੋ ਜਾਂਦਾ। ਇਸੇ ਕਰਕੇ ਇਹਨੂੰ ਟੈਬੂਜ਼ ਜਿਹੜਾ ਹੈਗਾ ਉਹ ਵਿਸ਼ੇ ਦੇ ਤੌਰ 'ਤੇ ਲਿਆ ਜਾਂਦਾ। ਸੋ ਇੱਕ ਤਾਂ ਸਾਨੂੰ ਇਹ ਤੋੜ ਦਾ ਡਿਫਰੈਂਸ਼ੀਏਟ ਕਰਨ ਦੀ ਗੱਲ ਹੈਗੀ ਆ ਕਿ ਜ਼ਰੂਰੀ ਨਹੀਂ ਹੈਗਾ ਕਿ ਉਹ ਜਿਹੜਾ ਬੱਚਾ ਤੁਹਾਡਾ ਹੈਗਾ ਦੂਸਰਿਆਂ ਬੱਚਿਆਂ ਦੇ ਮੁਤਾਬਕ ਉਨੀਆਂ ਐਲਤਾਂ ਨਹੀਂ ਕਰਦਾ, ਉੱਪਰ ਥੱਲੇ ਨਹੀਂ ਚੜ੍ਹਦਾ ਜਾਂ ਹੋਰ ਗੱਲਾਂ ਨਹੀਂ ਕਰਦਾ, ਤੁਹਾਨੂੰ ਮਾਨਸਿਕ ਸਿਹਤ ਦੀ ਹੈਗੀ ਆ। ਪਰ ਅਗਰ ਤੁਹਾਨੂੰ ਲੱਗਦਾ ਕਿ ਹਾਂ ਇਹਨੂੰ ਸ਼ਾਇਦ ਕੋਈ ਧਿਆਨ ਦੇਣ ਦੀ ਲੋੜ ਹੈਗੀ ਆ, ਤੇ ਤੁਹਾਡੇ ਕੋਲ ਤੁਸੀਂ GP ਨਾਲ ਆਰਾਮ ਨਾਲ ਆਪਣੇ ਕੋਲ ਜਾਓ ਤੇ ਉਹਨੂੰ ਤੁਸੀਂ ਆਪਣੇ ਜਿਹੜੇ ਹੈਗੇ ਆ ਅਬਜ਼ਰਵੇਸ਼ਨ ਤੁਹਾਡੀ ਹੈਗੀ ਆ ਕਿ ਤੁਸੀਂ ਕੀ ਫਰਕ ਨੋਟ ਕੀਤਾ ਹੈਗਾ ਆ, ਉਹ ਤੁਸੀਂ ਉਹਦੇ ਨਾਲ ਡਿਸਕਸ ਕਰੋ ਤਾਂ ਉਹ ਤੁਹਾਨੂੰ ਗਾਈਡ ਕਰ ਦਊਗਾ। ਨਵਦੀਪ, ਜਿਹੜਾ ਅੱਜ ਦਾ ਪ੍ਰੋਗਰਾਮ ਆਪਾਂ ਇਹ ਮੈਂਟਲ ਅਵੇਅਰਨੈਸ 'ਤੇ ਕੀਤਾ ਜੀ, ਮੈਂ ਬਹੁਤ ਮਾਸਟਰ ਨਹੀਂ ਇਸ ਮਸਲੇ ਦੇ ਬਾਰੇ 'ਚ ਜੀ, ਪਰ ਮੈਨੂੰ ਕੋਈ ਥੋੜ੍ਹੇ ਦਿਨ ਹੋਏ ਮੈਨੂੰ ਪਤਾ ਲੱਗਾ ਕਿਉਂਕਿ ਅੱਜ ਕੱਲ੍ਹ ਲੋਕ ਇਹ ਪ੍ਰੋਗਰਾਮ ਕਰ ਰਹੇ ਆ ਜੀ, ਅਤੇ ਇਸ ਕਰਕੇ ਮੈਂ ਕਹਿੰਦਾ ਕਿ ਅਗਰ ਮੈਂ ਕੋਈ ਸਵਾਲ ਮੈਂ ਤੁਹਾਡੇ ਕੋਲ ਨਾ ਪੁੱਛ ਸਕਾਂ ਹਾਂਜੀ, ਅਤੇ ਉਹ ਤੁਸੀਂ ਜਿਹੜੀ ਜ਼ਰੂਰੀ ਜਾਣਕਾਰੀ ਆ ਉਹ ਤੁਸੀਂ ਜ਼ਰੂਰ ਦਿਓ। ਮੈਂ ਅਗਲੀ ਗੱਲ ਪਹਿਲਾਂ ਤੁਸੀਂ ਗੱਲ ਕਰ ਚੁੱਕੇ ਹੋ, ਮੈਂ ਦੁਬਾਰਾ ਕਰਨਾ ਚਾਹੁੰਦਾ, ਕੋਈ ਚੈਰਿਟੀ ਜਿਹੜੀ ਕਿ ਵਧੀਆ ਸੇਵਾਵਾਂ ਪੇਸ਼ ਕਰਦੇ ਆ, ਜਿਹਨਾਂ ਨਾਲ
ਕੋਈ ਸੰਸਥਾ ਜਾਂ ਕੋਈ ਬੰਦਾ ਆਪਣਾ ਹਿੱਸਾ ਲੈਣ ਲਈ ਹਾਂਜੀ ਅਪਰੋਚ ਕਰ ਸਕਦਾ ਹੋਵੇ, ਤੁਸੀਂ ਉਹ ਜ਼ਰੂਰ ਸ਼ੇਅਰ ਕਰੋ। ਹਾਂਜੀ, ਮੈਂ ਮੈਂਸ਼ਨ ਕੀਤਾ ਜਿਹੜੀ ਹਾਂ, ਮੈਂ ਤਾਂ ਹੀ ਕਿ ਦੁਬਾਰਾ ਉਹਨੂੰ ਵਿਸਥਾਰ ਨਾਲ ਜਿਹੜੀ ਚੈਰਿਟੀ ਮਾਈਂਡ ਆ, ਹਾਂਜੀ, ਤੁਸੀਂ ਅਗਰ ਗੂਗਲ ਤੇ ਜਾਓਗੇ, ਉਹਦੇ ਤੇ ਗੂਗਲ ਦੇ ਵਿੱਚ ਮਾਈਂਡ ਪਾਓਗੇ ਤਾਂ ਉਹ ਚੈਰਿਟੀ ਦੇ ਵਿੱਚ ਆ ਜਾਂਦਾ। ਔਰ ਚੈਰਿਟੀ ਦੀ ਵੈਬਸਾਈਟ ਉਹ ਬਰਮਿੰਘਮ ਦੇ ਵਿੱਚ ਵੀ ਹੈ, ਕੋਵੈਂਟਰੀ ਵਿੱਚ ਵੀ ਹੈ, ਲੈਸਟਰ 'ਚ ਵੀ ਹੈ, ਸਾਰੇ ਥਾਂ ਹੀ ਹੈਗੀਆਂ। ਮੈਂਟਲ ਹੈਲਥ ਫਾਊਂਡੇਸ਼ਨ ਹੈ, ਕਰਕੇ ਜਿਨ੍ਹਾਂ ਸਾਡੇ ਲੋਕਾਂ ਨੂੰ ਇੰਟਰਨੈਟ ਨੂੰ ਐਕਸੈਸ ਦਾ ਅੱਜ ਕੱਲ੍ਹ ਸਾਰਿਆਂ ਨੂੰ ਹੈਗੀ ਆ, ਪਰ ਕਈ ਵਾਰੀ ਇਹ ਹੁੰਦੀ ਹੈ ਕਿ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਹੈਗੀ ਆ ਉਹ ਪੰਜਾਬੀ ਜਾਂ ਕਮਿਊਨਿਟੀ ਲੈਂਗੁਏਜ ਦੇ ਵਿੱਚ ਜਿਹੜੀ ਹੈਗੀ ਆ ਉਹ ਘੱਟ ਮਿਲਦੀ ਹੈਗੀ ਆ। ਅਗਰ ਤੁਹਾਨੂੰ ਹੋਰ ਕੋਈ ਰਾਹ ਨਹੀਂ ਲੱਭਦਾ ਤਾਂ ਤੁਸੀਂ ਕਾਂਸ਼ੀ ਟੀਵੀ ਨੂੰ ਕਰ ਲਓ ਕੰਟੈਕਟ, ਉਹ ਤੁਹਾਡਾ ਜਿਹੜਾ ਕੰਟੈਕਟ ਹੈ ਸਾਡੇ ਤੱਕ ਪਾਸ ਕਰ ਦੇਣਗੇ। ਜਾਂ ਤੁਸੀਂ ਸਾਡੀ ਜਿਹੜੀ ਤਰਕਸ਼ੀ ਸੁਸਾਇਟੀ ਹੈਗੀ ਆ, ਤੁਸੀਂ ਸਾਡੇ ਨਾਲ ਰਾਬਤਾ ਕਰ ਲਓ। ਜੇ ਅਸੀਂ ਤੁਹਾਡਾ ਫੋਨ ਮੰਨ ਲਓ ਅਟੈਂਡ ਵੀ ਨਹੀਂ ਕਰ ਸਕਦੇ ਤਾਂ ਤੁਸੀਂ ਮੈਸੇਜ ਛੱਡ ਦਿਓ, ਅਸੀਂ ਤੁਹਾਨੂੰ ਵਾਪਸ ਜਿਹੜਾ ਹੈਗਾ ਉਹ ਆਰਾਮ ਨਾਲ ਕਰ ਸਕਦੇ ਹੈਗੇ ਆ। ਸੋ ਤੁਹਾਡਾ ਪਹਿਲਾ ਹੀ ਜਿਹੜਾ ਕਾਲ ਹੈਗੀ ਆ, ਅਗਰ ਤੁਹਾਨੂੰ ਕੋਈ ਕੰਸਰਨ ਹੈਗਾ ਤਾਂ ਤੁਸੀਂ ਜੀਪੀ ਕੋਲ ਆਰਾਮ ਨਾਲ ਜਾ ਸਕਦੇ ਹੈਗੇ ਆ। ਜੇ ਤੁਹਾਨੂੰ ਹੋਰ ਕੁਝ ਨਹੀਂ ਲੱਭਦਾ, ਤੁਹਾਨੂੰ ਨਹੀਂ ਪਤਾ ਲੱਗਦਾ ਕਿ ਮੈਂ ਕਿੱਥੇ ਜਾਵਾਂ, ਕਿੱਥੋਂ ਇਨਫੋਰਮੇਸ਼ਨ ਲਵਾਂ, ਜਿਹੜੀਆਂ ਤੁਹਾਡੀ ਲੋਕਲ ਲਾਇਬ੍ਰੇਰੀ ਆ, ਜੇ ਅਗਰ ਤੁਸੀਂ ਉੱਥੇ ਜਾਓਗੇ ਕਈ ਵਾਰੀ ਤੁਹਾਨੂੰ ਉੱਥੇ ਲੀਫਲੈਟ ਵੀ ਮਿਲ ਜਾਣਗੇ। ਜੇ ਤੁਹਾਨੂੰ ਲੀਫਲੈਟ ਨਹੀਂ ਵੀ ਮਿਲਦੇ ਤਾਂ ਉੱਥੇ ਜਿਹੜਾ ਸਟਾਫ ਹੁੰਦਾ ਲਾਇਬ੍ਰੇਰੀ ਦਾ, ਤੁਸੀਂ ਉਹਨਾਂ ਨੂੰ ਪੁੱਛ ਲਓ ਕਿ ਤੁਹਾਨੂੰ ਇਸ ਏਰੀਆ ਬਾਰੇ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਆ, ਕਿ ਉਹ ਤੁਹਾਨੂੰ ਸੁਜੈਸਟ ਕਰ ਸਕਦੇ ਆ। ਜੇ ਉਹਨਾਂ ਕੋਲ ਖੁਦ ਨਹੀਂ ਵੀ ਹੋਊਗਾ ਤੇ ਉਹ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਲੱਭ ਕੇ ਉਹ ਤੁਹਾਨੂੰ ਦੇ ਦਿੰਦੇ ਆ। ਕਰਕੇ ਲਾਇਬ੍ਰੇਰੀ ਦਾ ਸਟਾਫ ਜਿਹੜਾ ਹੈਗਾ ਇੱਥੇ ਉਹ ਬਹੁਤ ਪੜ੍ਹਿਆ ਲਿਖਿਆ ਵੀ ਆ, ਉਹ ਤੁਹਾਡੀ ਹੈਲਪ ਵੀ ਕਰਦਾ। ਉਹ ਡਿਕਸ਼ਨਰੀ ਇੱਕ ਤਰ੍ਹਾਂ ਦੀ ਡਿਕਸ਼ਨਰੀ ਆ। ਜੇ ਤੁਹਾਨੂੰ ਕੋਈ ਵੀ ਰਾਹ ਨਾ ਲੱਭਦਾ ਹੋਵੇ ਤਾਂ ਤੁਸੀਂ ਆਪਣੀ ਲੋਕਲ ਲਾਇਬ੍ਰੇਰੀ ਚਲ ਜਾਓ, ਉਹ ਤੁਹਾਨੂੰ ਜਿਹੜੇ ਹੈਗਾ ਇਨਫੋਰਮੇਸ਼ਨ ਆ ਉਹ ਦੇ ਸਕਦੇ ਹੈਗੇ ਆਰਾਮ ਦੇ ਨਾਲ। ਸਭ ਤੋਂ ਸੌਖਾ ਔਰ ਸਭ ਤੋਂ ਜ਼ਿਆਦਾ ਇਫੈਕਟਿਵ ਦਾਇਰਾ ਲਾਇਬ੍ਰੇਰੀ। ਹਾਂਜੀ, ਲਾਇਬ੍ਰੇਰੀ ਜਾ ਕੇ ਤੁਸੀਂ ਕਿਸੇ ਮਸਲੇ ਬਾਰੇ ਗੱਲ ਕਰ ਲਓ, ਵੀ ਮੈਨੂੰ ਟੈਲੀਫੋਨ ਚਾਹੀਦਾ, MP ਦਾ ਚਾਹੀਦਾ, ਕਾਉਂਸਲਰ ਦਾ ਚਾਹੀਦਾ, ਬਿਲਕੁਲ ਹਸਪੀਟਲ ਦਾ ਚਾਹੀਦਾ, ਕਿਹੜੇ MP ਦਾ ਚਾਹੀਦਾ, ਤੁਸੀਂ ਉਸ ਹਰ ਇੱਕ ਜਾਣਕਾਰੀ ਲੈ ਸਕਦੇ ਆਰਾਮ ਦੇ ਨਾਲ ਤੁਹਾਨੂੰ ਮਿਲ ਸਕਦੀ। ਹਾਂਜੀ, ਅਗਰ ਮੈਨੂੰ ਮੜ ਜਾ ਤੁਸੀਂ ਸੌਰੀ ਵਿੱਚ ਹੀ ਇੰਟਰਪਟ ਕੀਤਾ, ਅਗਰ ਤੁਸੀਂ ਤੁਹਾਡੇ ਬੱਚੇ ਸਕੂਲ ਜਾਂਦੇ ਆ, ਤੁਸੀਂ ਆਪਣੇ ਬੱਚੇ ਦੇ ਕਿਸੇ ਟੀਚਰ ਦੇ ਨਾਲ ਵੀ ਗੱਲ ਕਰ ਲਓ ਕਿ ਉਹ ਟੀਚਰ ਵੀ ਅੱਜ ਕੱਲ੍ਹ ਜਿਹੜੇ ਹੈਗੇ ਉਹ ਤੁਹਾਡੀ ਕਾਫੀ ਹੈਲਪਫੁਲ ਤੁਹਾਨੂੰ ਕਰ ਦਿੰਦੇ ਆ। ਜੇ ਉਹ ਨਾ ਵੀ ਉਹਨਾਂ ਕੋਲ ਹੋਵੇ ਤਾਂ ਤੁਹਾਨੂੰ ਉਹ ਪਤਾ ਕਰ ਗਾਈਡ ਕਰ ਦਿੰਦੇ ਆ। ਅੱਛਾ, ਮੈਂ ਇਹ ਜਦੋਂ ਦੇ ਆਪਾਂ ਗੱਲ ਸ਼ੁਰੂ ਕੀਤੀ ਆ, ਮੈਂ ਇੱਕ ਗੱਲ ਮੇਰੇ ਦਿਮਾਗ 'ਚ ਘੁੰਮ ਰਹੀ ਆ ਜੀ। ਜਿਹੜੇ ਸਾਡੀਆਂ ਸੰਸਥਾਵਾਂ ਹੈਗੀਆਂ, ਜਿਹੜੇ ਅਦਾਰੇ ਹੈਗੇ ਆ, ਹਾਂਜੀ, ਉਹ ਇਹੋ ਜਿਹੇ ਮਸਲਿਆਂ ਨੂੰ ਬਿਲਕੁਲ ਨਹੀਂ ਡਿਸਕਸ ਕਰਦੇ। ਹਾਂਜੀ, ਉਹ ਮੈਂ ਬਹੁਤ ਵਾਰੀ ਗੱਲ ਸੁਣੀ ਆ, ਤੁਸੀਂ ਵੀ ਸ਼ੋਰ ਸੁਣੀ ਹੋਊਗੀ, ਕਿ ਜੇ ਕੋਈ ਬੱਚਾ ਜਾਂ ਘਰ ਵਿੱਚ ਕੋਈ ਇੱਦਾਂ ਦੀ ਹਾਲਾਤ ਤੁਹਾਨੂੰ ਨਜ਼ਰ ਆਉਂਦੇ ਆ, ਕੋਈ ਬੰਦਾ ਸਹੀ ਗੱਲ ਨਹੀਂ ਕਰ ਰਿਹਾ, ਹਾਂਜੀ, ਜਾਂ ਆਮ ਤੌਰ 'ਤੇ ਆਪਾਂ ਕਹਿੰਦੇ ਹਾਂ ਕਿ ਮੈਂਟਲ ਅਫੈਕਟ ਕਰ ਗਿਆ ਉਹਨਾਂ ਦਾ, ਹਾਂਜੀ, ਉਹ ਇਹ ਕਹਿੰਦੇ ਆ ਕੋਈ ਗੁਰਦੁਆਰੇ ਆ ਜਾਓ ਜਾਂ ਮੰਦਿਰ ਆ ਜਾਵੇ, ਉੱਥੇ ਤੁਸੀਂ ਮੱਥਾ ਟੇਕੋ, ਰਾਮ ਕਰੋ, ਵਾਹਿਗੁਰੂ ਵਾਹਿਗੁਰੂ ਕਰੋ, ਵੀ ਠੀਕ ਹੋ ਜਾਣਾ। ਹਾਂਜੀ, ਤੇ ਉਹ ਅਵੇਅਰ ਨਹੀਂ ਕਰਦੇ ਹਾਂਜੀ, ਲੋਕਾਂ ਨੂੰ ਵੀ ਤੁਸੀਂ ਨਾ ਆਓ, ਜਾਂ ਵੀ ਤੁਹਾਨੂੰ ਡਾਕਟਰ ਚਾਹੀਦਾ। ਹਾਂਜੀ, ਕਿਉਂ ਉਹ ਇਹ ਕਹਿੰਦੇ ਕਿ ਇੱਥੋਂ ਠੀਕ ਹੋਣਾ। ਹਾਂਜੀ, ਉਹ ਕਈ ਵਾਰੀ ਮੈਂ ਬਚਪਨ ਤੋਂ ਲਗਾਉਣ ਦੇਖਿਆ, ਕਈ ਵਾਰੀ ਉੱਥੇ ਸਰ ਘੁਮਾਉਂਦੇ ਵੀ ਹੁੰਦੇ ਆ ਜਾ ਕੇ। ਬਿਲਕੁਲ ਹਾਂਜੀ। ਉਹਨਾਂ ਨੂੰ ਕੀ ਤੁਸੀਂ ਅਪਰੋਚ ਕਰਕੇ ਉਹਨਾਂ ਨੂੰ ਸਮਝਾਉਂਦੇ ਆ ਵੀ, ਕਿਉਂਕਿ ਹੋਰ ਵੀ ਗੱਲਾਂ ਬਹੁਤ ਸਾਰੀਆਂ ਆਪਾਂ ਕਰੀ ਦੀਆਂ, ਉਹਨਾਂ ਤੱਕ ਜਿਹੜੀ ਸੂਝ-ਬੂਝ ਦੀ ਗੱਲ ਆ, ਉਹਨਾਂ ਤੱਕ ਜਿਹੜੀ ਲੋਕਾਂ ਦੇ ਫਾਇਦੇ ਵਾਲੀ ਗੱਲ, ਲੋਕਾਂ ਨੂੰ ਜਗਾਉਣ ਵਾਲੀ ਜਿਹੜੀ ਗੱਲ ਹੈਗੀ ਆ, ਉਹ ਉਹਨਾਂ ਵੱਲੋਂ ਨਹੀਂ ਹੋ ਰਹੀ, ਕਿਉਂਕਿ ਪੈਸਾ ਵੀ ਉਹਨਾਂ ਕੋਲ ਜ਼ਿਆਦਾ, ਹਾਂਜੀ, ਲੋਕ ਵੀ ਉਹਨਾਂ ਕੋਲ ਜ਼ਿਆਦਾ। ਜਿਹੜਾ ਤਰਕਸ਼ੀ ਸੁਸਾਇਟੀ ਆ ਜਾਂ ਹੋਰ ਅਗਾਂਹ ਵਧੂ ਸੋਚਣ ਦੀਆਂ ਜੋ ਸੁਸਾਇਟੀਆਂ, ਉਹਨਾਂ ਕੋਲ ਨਾ ਬੰਦਾ ਹੀ ਆ ਤੇ ਨਾ ਪੈਸੇ ਹੀ ਆ, ਹਾਂਜੀ, ਪਰ ਕੰਮ ਬਹੁਤ ਕਰ ਰਹੇ ਹੋ। ਹਾਂਜੀ, ਕੋਸ਼ਿਸ਼ ਸਾਡੀ ਇਹੀ ਆ ਕਿ ਜਿੰਨਾ ਵੀ ਸਮਰੱਥਾ ਮੁਤਾਬਕ ਜਿਹੜਾ ਹੈਗਾ ਅਸੀਂ ਕਰ ਸਕੀਏ, ਸਾਡੀ ਕੋਸ਼ਿਸ਼ ਰਹਿੰਦੀ ਆ। ਕੀ ਤੁਸੀਂ ਉਹਨਾਂ ਨੂੰ ਵੀ ਅਪਰੋਚ ਕਰਦੇ ਵੀ ਉਹ ਵੀ ਤੁਹਾਡੇ ਵਾਂਗੂ, ਕਿਉਂਕਿ ਉਹਨਾਂ ਦੀ ਸਟੇਜ ਜਿਹੜੀ ਹੈਗੀ ਆ, ਉਹ ਤਾਂ ਪਹਿਲਾਂ ਗੱਲ ਕਰਨ ਨੂੰ ਸਟੇਜ ਨਹੀਂ ਦਿੰਦੇ ਆਪਣੀ। ਹਾਂਜੀ, ਬਿਲਕੁਲ। ਤੇ ਕੀ ਉਹਨਾਂ ਤੱਕ ਵੀ ਗੱਲ ਤੁਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਕਿ ਵੀ ਉਹ ਬੰਦੇ ਵੀ ਥੋੜ੍ਹਾ ਜਿਹਾ ਸਮਝ ਕੇ ਲੋਕਾਂ ਤੱਕ ਜਾਣਕਾਰੀ ਦੇਣ ਕਿ ਵੀ ਇਹਨਾਂ ਗੱਲਾਂ ਤੋਂ ਸਾਨੂੰ ਬਚਣਾ ਚਾਹੀਦਾ, ਜਾਂ ਕਿਸੇ ਨੂੰ ਕੋਈ ਮੈਂਟਲ ਹੈ ਕਿ ਉਹ ਰਾਹਦਰੀ ਤਾਂ ਬਣਾਉਣ ਲੱਗ ਪਏ ਸਾਰੇ ਹਰ ਜਗ੍ਹਾ 'ਤੇ। ਹਾਂਜੀ, ਵੀ GAP ਹੈਗੀ ਆ, ਸਾਈਨ ਕਰ ਦੇਣਗੇ ਉਹ, ਲੇਕਿਨ ਇੱਦਾਂ ਦੀਆਂ ਗੱਲਾਂ ਉਹ ਨਹੀਂ ਕਰ ਰਹੇ। ਤੁਸੀਂ ਕੀ ਕਾਰਨ ਸਮਝਦੇ ਆ? ਇੱਕ ਤਾਂ ਮੈਂ ਦੱਸਦਾ ਤੁਹਾਨੂੰ। ਹਾਂਜੀ, ਇੱਕ ਤਾਂ ਤੁਸੀਂ ਦੱਸ ਦਿੱਤਾ। ਅਸਲ 'ਚ ਜਿਹੜੀ ਹੁਣ ਮੈਂ ਗੱਲ ਕਹਿਣੀ ਉਹ ਸ਼ਾਇਦ ਥੋੜ੍ਹੀ ਕੰਟਰੋਵਰਸ਼ਲ ਹੋ ਜਾਵੇ, ਪਰ ਕਈ ਵਾਰੀ ਇਹ ਹੁੰਦੀ ਹੈ ਕਿ ਤੁਹਾਨੂੰ ਉਹ ਗੱਲ ਕਹਿਣੀ ਚਾਹੀਦੀ ਆ, ਇਸ ਕਰਕੇ ਨਹੀਂ। ਹਰੇਕ ਆਰਗੇਨਾਈਜੇਸ਼ਨ ਦਾ ਆਪੋ ਆਪਣਾ ਇੱਕ ਏਜੰਡਾ ਹੁੰਦਾ। ਠੀਕ।
ਉਹਨਾਂ ਦੇ ਆਪਣੇ ਏਮ ਆਬਜੈਕਟਿਵ ਹੁੰਦੇ ਆ। ਬਹੁਤੀ ਵਾਰੀ ਇਹ ਦੇਖਿਆ ਗਿਆ ਕਿ ਜਦੋਂ ਮੈਂ ਲੋਕਲ ਸੰਸਥਾਵਾਂ ਨੂੰ ਅਪਰੋਚ ਕੀਤਾ, ਉੱਥੇ ਕਹਿੰਦੇ ਯਾਰ ਇਹ ਤਾਂ ਤੁਹਾਡੇ ਕੰਮ ਕਰਨ ਵਾਲੇ ਕੰਮ ਆ, ਸਾਡਾ ਇਹ ਨਹੀਂ ਹੈਗਾ, ਨਾ ਸਾਨੂੰ ਪਤਾ ਹੈਗਾ। ਤੇ ਫਿਰ ਮੇਰਾ ਜਵਾਬ ਸੀਗਾ ਵੀ ਚੱਲ ਸਾਨੂੰ ਜੇ ਥੋੜ੍ਹਾ ਬਹੁਤਾ ਜਿੰਨਾ ਕੁ ਵੀ ਪਤਾ ਸੀ, ਇਹ ਕਲੇਮ ਨਹੀਂ ਕਰਦੇ ਕਿ ਸਾਨੂੰ ਸਭ ਕੁਝ ਪਤਾ, ਪਰ ਜਿੰਨਾ ਕੁ ਸਾਨੂੰ ਪਤਾ ਅਸੀਂ ਤੁਹਾਡੇ ਨਾਲ ਘੱਟੋ ਘੱਟ ਸਾਂਝੇ ਕਰ ਲਈਏ। ਉਹ ਫਿਰ ਇਹ ਬਹਾਨਿਆਂ ਵਾਲੀ ਗੱਲ ਆ ਜਾਂਦੀ ਆ। ਮੇਰਾ ਖਿਆਲ ਉਹਦੇ ਵਿੱਚ ਉਹਨਾਂ ਨੂੰ ਇਹ ਲੱਗਦਾ ਕਿ ਲੋਕਾਂ ਦਾ ਇਹਦੇ ਪ੍ਰਤੀ ਖਿੱਚ ਨਹੀਂ ਹੈਗੀ। ਜੇ ਅਸੀਂ ਵੀ ਇੱਦਾਂ ਦੀਆਂ ਗੱਲਾਂ ਕੀਤੀਆਂ ਤਾਂ ਫਿਰ ਸਾਨੂੰ ਉਹ ਸਪਸ਼ਟ ਸਟੈਂਡ ਲੈਣੇ ਪੈਣਗੇ ਕੁਛ ਗੱਲਾਂ 'ਤੇ, ਜਿੱਥੇ ਇਹ ਕਹਿਣਾ ਪਊਗਾ ਭਈ ਨਹੀਂ ਜੀ ਇਹ ਮੈਂਟਲ ਹੈਲਥ ਦਾ ਇਸ਼ੂ ਆ, ਇਹ ਕੋਈ ਕਸਰ ਨਹੀਂ ਹੈ, ਇਹ ਸ਼ਹੀਦਾਂ ਦੀ ਕਸਰ ਨਹੀਂ ਹੈ। ਫਿਰ ਉਹ ਇਹ ਗੱਲ ਕਹਿਣ ਤੋਂ ਕਤਰਾਉਂਦੇ ਆ, ਕਰਕੇ ਉਹਨਾਂ ਨੂੰ ਫਿਰ ਇਹ ਲੱਗਦਾ ਕਿ ਸ਼ਾਇਦ ਸਾਡੀ ਜਿਹੜੀ ਆ ਉਹ ਮਾਰਕੀਟਿੰਗ ਜਿਹੜੀ ਆ ਉਹ ਡਾਊਨ ਹੋ ਜਾਊਗੀ। ਸੋ ਮੇਰਾ ਮਤਲਬ ਉਹਨਾਂ ਆਰਗੇਨਾਈਜੇਸ਼ਨਾਂ ਨੂੰ ਨਿਸ਼ਾਨੇ 'ਤੇ ਰੱਖਣਾ ਨਹੀਂ ਹੈਗਾ, ਪਰ ਕਈ ਵਾਰੀ ਤੁਹਾਨੂੰ ਉਹ ਗੱਲਾਂ ਕਰਨੀਆਂ ਪੈਂਦੀਆਂ ਆਪਣੇ ਸਮਾਜ ਦੇ ਵਿੱਚ ਜਿਹੜੀਆਂ ਦੀ ਤੁਹਾਨੂੰ ਘਾਟ ਲੱਗਦੀ ਆ। ਕਈ ਵਾਰੀ ਉਹਦੇ ਵਿੱਚ ਤੁਹਾਨੂੰ ਚੰਗਾ ਰਿਐਕਸ਼ਨ ਮਿਲਦਾ, ਕਈ ਵਾਰੀ ਤੁਹਾਨੂੰ ਘੱਟ ਚੰਗਾ ਰਿਐਕਸ਼ਨ ਮਿਲਦਾ। ਹੁਣ ਕਈ ਵਾਰੀ ਬਹੁਤੀ ਵਾਰੀ ਤਾਂ ਮੈਨੂੰ ਵੀ ਮੇਰੇ ਦੋਸਤ ਮਿੱਤਰ ਕਹਿ ਦਿੰਦੇ ਛੱਡ ਯਾਰ ਤੂੰ ਕਿੱਥੇ ਐਵੇਂ ਨਾ ਗੱਲਾਂ ਵਿੱਚ ਪਿਆ ਰਹਿਣਾ, ਪਰ ਇੱਕ ਡੈਡੀਕੇਸ਼ਨ ਹੈਗੀ ਆ, ਇੱਕ ਨਿਸ਼ਾਨਾ ਹੈਗਾ, ਅਸੀਂ ਉਹਦੇ ਬਾਰੇ ਜਿੰਨਾ ਕੁ ਵੀ ਸਾਡੇ ਕੋਲ ਰੌਲਾ ਪਾ ਹੁੰਦਾ ਅਸੀਂ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਜਿੱਥੇ ਤੱਕ ਸਾਡਾ ਐਕਸਪੀਰੀਅੰਸ ਹੈਗਾ, ਸਾਡੇ ਲਈ ਇਹ ਹੋਰ ਵੀ ਇੰਪੋਰਟੈਂਟ ਹੋ ਜਾਂਦਾ ਕਿ ਜਿੰਨੇ ਵੀ ਤਾਰਕਸ਼ੀਲ ਸੁਸਾਇਟੀ ਕੋਲ ਕੇਸ ਆਉਂਦੇ ਆ, ਜਿਹੜੇ ਬਾਬਿਆਂ ਕੋਲੋਂ ਲੁੱਟ ਹੁੰਦੇ ਆ, ਜੋਤਸ਼ੀਆਂ ਕੋਲੋਂ ਲੁੱਟ ਹੁੰਦੇ ਆ, ਉਹਦੇ ਨਾਲ ਕਿਤੇ ਨਾ ਕਿਤੇ ਬਹੁਤ ਵੱਡੀ ਹੱਦ ਤੱਕ ਜਿਹੜਾ ਹੈਗਾ ਉਹ ਮੈਂਟਲ ਹੈਲਥ ਦੇ ਇਸ਼ੂ ਪਏ। ਸਾਰਾ ਉਹ ਮੈਂਟਲ ਹੈਲਥ ਹੀ ਹੈ ਸਰ। ਅਗਰ ਕਿਸੇ ਨੂੰ ਕੋਈ ਜਿੱਦਾਂ ਹੁਣ ਤੁਸੀਂ ਗੱਲ ਕੀਤੀ ਆ ਪਿਆ, ਅਸੀਂ ਕਹਿੰਦੇ ਇਹ ਤਾਂ ਹੁਣ ਪਾਗਲ ਹੋ ਗਿਆ, ਸਾਡੇ ਲਈ ਇਹ ਬਹੁਤ ਸੌਖਾ ਆ ਵੀ ਇਹਨੂੰ ਜੀ ਸ਼ਹੀਦਾਂ ਦੀ ਹਵਾ ਆਉਂਦੀ, ਸ਼ਹੀਦਾਂ ਨੇ ਇਹਦੇ ਤੇ ਪਹਿਰਾ ਪਾਇਆ ਆ। ਅਗਰ ਅਸੀਂ ਉਹਨਾਂ ਨੂੰ ਪੁੱਛੀਏ ਵੀ ਉਹ ਕਿਹੜੇ ਸ਼ਹੀਦ ਆ ਜਿਨ੍ਹਾਂ ਦਾ ਇਹਨਾਂ ਤੇ ਪਹਿਰਾ ਆ, ਉਹਦੇ ਬਾਰੇ ਉਹਨਾਂ ਕੋਲ ਜਵਾਬ ਨਹੀਂ ਹੁੰਦਾ। ਉਹ ਫਿਰ ਸਾਨੂੰ ਇਸ ਕਰਕੇ ਰੱਦ ਕਰ ਦਿੰਦੇ ਆ ਵੀ ਨਹੀਂ ਜੀ ਤੁਸੀਂ ਤਾਂ ਐਵੇਂ ਆਪਣੀਆਂ ਮਾਰਦੇ ਰਹਿੰਦੇ, ਇਹ ਹੁੰਦਾ ਆ। ਅਸੀਂ ਕਹਿੰਦੇ ਵੀ ਠੀਕ ਆ, ਤੁਸੀਂ ਦੱਸੋ ਸ਼ਹੀਦਾਂ ਦਾ ਪਹਿਰਾ ਆ, ਪਰ ਉਹਨਾਂ ਸ਼ਹੀਦਾਂ ਬਾਰੇ ਸਾਨੂੰ ਜਾਣਕਾਰੀ ਤਾਂ ਦੇ ਦਿਓ, ਕੋਈ ਸ਼ਹੀਦ ਹੈਗੇ ਕਿਹੜੇ ਆ, ਕੌਣ ਸੀ, ਠੀਕ ਕੌਣ ਸੀ। ਸੋ ਸਾਡੇ ਲਈ ਇਸ ਇਸ਼ੂ ਨੂੰ ਹੋਰ ਚੀਜ਼ ਨਾਲ ਜੋੜ ਕੇ, ਜਿੱਥੇ ਅਸੀਂ ਲੋਕਾਂ ਦੀ ਡਿਵੈਲਪਮੈਂਟ ਵੱਲ ਗੱਲ ਨਹੀਂ ਕਰਨੀ, ਸਟੇਟਸ ਕੋ ਜਿਹੜਾ ਹੈਗਾ ਆ ਜਿੱਦਾਂ ਗੱਲ ਚੱਲਦੀ ਆ ਉੱਦਾਂ ਹੀ ਚੱਲੋ। ਪਰ ਜਿਹੜੇ ਲੀਡਰ ਹੈਗੇ ਆ, ਮੇਰੀ ਸਾਰਿਆਂ ਨੂੰ ਅਪੀਲ ਹੈਗੀ, ਉਹ ਕਿਸੇ ਵੀ ਸੰਸਥਾ ਵਿੱਚ ਬੈਠੇ ਹੋਣ, ਧਾਰਮਿਕ 'ਚ ਬੈਠੇ ਹੋਣ, ਸਿਆਸੀ 'ਚ ਬੈਠੇ ਹੋਣ, ਸਮਾਜਿਕ ਵਿੱਚ ਆਰਗੇਨਾਈਜੇਸ਼ਨ ਹੋਣ, ਇਹ ਗੱਲਾਂ ਸਾਡੇ ਲਈ ਕਰਨੀਆਂ ਜਿਹੜੀਆਂ ਹੈਗੀਆਂ ਉਹ ਬਹੁਤ ਜ਼ਰੂਰੀ ਹੈ, ਜਿਹੜੀਆਂ ਕਿ ਸਾਨੂੰ ਕਰਨੀਆਂ ਚਾਹੀਦੀਆਂ ਹੈਗੀਆਂ, ਜਿਹਦੇ ਨਾਲ ਸਾਡੇ ਸਮਾਜ ਦਾ ਜਿਹੜਾ ਹੈਗਾ, ਸਾਡੇ ਲੋਕਾਂ ਦਾ ਉਹ ਭਲਾ ਹੋਵੇ। ਅੱਛਾ, ਉਹ ਕਿਹੜੇ ਕਾਰਨ ਸੀ ਜੀ ਜਿਨ੍ਹਾਂ ਨੇ ਤੁਹਾਨੂੰ ਇਸ ਮਸਲੇ ਨੂੰ ਸਮਝਣ ਲਈ, ਇਸ ਮਸਲੇ ਨੂੰ ਪੜ੍ਹਨ ਲਈ, ਇਸ ਮਸਲੇ ਬਾਰੇ ਵਿਚਾਰ ਕਰਨ ਲਈ ਉਕਸਾਇਆ? ਤੁਸੀਂ ਕਿੱਦਾਂ ਇੱਦਾਂ, ਕਿਉਂਕਿ ਜਿਹੜਾ ਇਹ ਜਦੋਂ ਆਪਾਂ ਇਹ ਮਸਲਾ ਡਿਸਕਸ ਕੀਤਾ, ਉਦੋਂ ਮੈਂ ਸਮਝਦਾ ਸੀ ਮੈਂ ਕਿ ਬਹੁਤ ਡਿਫਿਕਲਟ ਮਸਲਾ ਹੈ ਜੀ, ਔਰ ਤੁਸੀਂ ਬਹੁਤ ਸਾਰੀ ਜਾਣਕਾਰੀ, ਤੁਸੀਂ ਕਿੱਦਾਂ ਮਤਲਬ ਇਸ ਮਸਲੇ ਨੂੰ ਪਿਕਅਪ ਕੀਤਾ? ਮੈਂ ਤੁਹਾਡੇ ਨਾਲ ਇੱਕ ਸਿਰਫ ਰੀਅਲ ਐਗਜ਼ਾਮਪਲ ਜਿਹੜੀ ਹੈਗੀ ਉਹ ਸ਼ੇਅਰ ਕਰਨੀ ਆ, ਫਿਰ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿੱਦਾਂ ਆ, ਠੀਕ ਹੈ, ਕਿੱਧਰੋਂ ਅਸੀਂ ਆਏ। ਮਿਡਲੈਂਡ ਦਾ ਇੱਕ ਸ਼ਹਿਰ ਆ, ਉੱਥੇ ਇੱਕ ਬੀਬੀ ਸੀਗੀ, ਉਹਨਾਂ ਦੀ ਨੂੰਹ ਜਿਹੜੀ ਸੀਗੀ ਉਹ ਇੰਡੀਆ ਤੋਂ ਆਈ ਸੀ। ਆਮ ਜਦੋਂ ਅਸੀਂ ਇੰਡੀਆ ਦੇ ਵਿੱਚ ਹੁੰਦਾ ਵਰਤਾਰਾ ਕਿ ਜਦੋਂ ਬੀਬੀਆਂ ਆਟਾ ਗੁੰਨਦੀਆਂ ਤਾਂ ਉਹ ਆਟਾ ਗੁੰਨ ਕੇ ਪਾਣੀ ਹੱਥ ਭੇ ਕੇ ਉੱਤੇ ਇੱਦਾਂ ਕਰ ਦਿੰਦੀਆਂ। ਉਹਦਾ ਅਸਲ ਮਤਲਬ ਤਾਂ ਇਹ ਹੁੰਦਾ ਕਿ ਤੁਸੀਂ ਆਟੇ ਨੂੰ ਥੋੜ੍ਹਾ ਜਿਹਾ ਹੋਰ ਪਾਣੀ ਦੇ ਦਿਓ ਤਾਂ ਕਿ ਉਹ ਪੂਰਾ ਫੁੱਲ ਸਕੇ। ਉਹ ਜਿਹੜੀ ਮਾਈ ਸੀਗੀ, ਉਹਦੇ ਮਨ 'ਚ ਇਹ ਹੋ ਗਿਆ ਵੀ ਜਿਹੜੀ ਮੇਰੀ ਨੂੰਹ ਆ ਇਹ ਪੰਜਾ ਲਾਉਂਦੀ ਆ ਤੇ ਇਹਨੇ ਮੇਰੇ ਤੇ ਕੁਛ ਕਰਨਾ। ਓਕੇ। ਉਹਨੇ ਹੌਲੀ ਹੌਲੀ ਰੋਟੀ ਜਿਹੜੀ ਘਰ ਖਾਣੀ ਉਹ ਘੱਟ ਕਰ ਦਿੱਤੀ, ਮਿਸ ਕਰ ਦੇਣੀ। ਉਹ ਗੱਲ ਇੰਨੀ ਵੱਧ ਗਈ, ਉਹਦੇ ਮਨ ਦਾ ਵਹਿਮ ਇੰਨਾ ਵੱਧ ਗਿਆ ਕਿ ਉਹਨੇ ਫਿਰ ਗੁਰਦੁਆਰੇ ਹੀ ਲੰਗਰ ਪਾਣੀ ਛਕ ਕੇ ਸ਼ਾਮ ਨੂੰ ਉਹਨੇ ਘਰ ਆ ਜਾਣਾ। ਓਕੇ। ਔਰ ਉਹਦੀ ਸਿਹਤ ਇੰਨੀ ਵਿਗੜ ਗਈ, ਇੱਕ ਦਿਨ ਉਹਨੇ ਮਾਈ ਥੋੜ੍ਹੀ ਜਿਹੀ ਢਿੱਲੀ ਹੋ ਗਈ, ਡਾਕਟਰ ਕੋਲ ਗਈ। ਡਾਕਟਰ ਨੇ ਕਿਹਾ ਕਿੱਦਾਂ? ਉਹ ਕਹਿੰਦੀ, ਮਾਈ ਕਹਿੰਦੀ ਭਈ ਇਹਦੇ ਨਾਲ ਤਾਂ ਮੈਂ ਮਰ ਜਾਵਾਂ, ਮੇਰੀ ਜ਼ਿੰਦਗੀ ਦਾ ਕੀ ਆ। ਠੀਕ। ਡਾਕਟਰ ਗੋਰਾ ਸੀ, ਉਹਨੇ ਫੋਨ ਚੱਕਿਆ, ਉਹਨੇ ਮੈਂਟਲ ਹੈਲਥ ਨੂੰ ਕਰ ਦਿੱਤਾ ਵੀ ਬੀਬੀ ਸੁਸਾਈਡਲ ਆ, ਵੀ ਇਹਨੇ ਤਾਂ ਜੀ ਖੁਦਕਸ਼ੀ ਕਰ ਲੈਣੀ ਆ, ਮੇਰੇ ਤੇ ਗੱਲ ਆ ਜਾਣੀ ਆ। ਉਹਨਾਂ ਨੇ ਅਵਾ ਨਹੀਂ ਤਵਾ ਚੁੱਕਿਆ, ਉਹ ਮਾਈ ਨੂੰ ਚੁੱਕ ਕੇ ਬੈਂਚ ਸਿੱਟਿਆ, ਐਂਬੂਲੈਂਸ ਵਿੱਚ ਸਿੱਟਿਆ ਤਾਂ ਉਹ ਹਸਪੀਟਲ ਲੈ ਗਏ। ਉਹ ਗੱਲ ਇੱਥੇ ਤੱਕ ਉਹ ਆ ਗਈ। ਹੁਣ ਉਹ ਮਾਈ ਉੱਥੇ ਕਹੇ ਵੀ ਮੈਨੂੰ ਤਾਂ ਕੁਛ ਨਹੀਂ ਹੋਇਆ,
ਮੈਂ ਤਾਂ ਬੜੀ ਵਧੀਆ ਆ, ਮੈਨੂੰ ਕੀ ਰੋਂਗ ਆ, ਮੈਂ ਖਾਂਦੀ ਆ ਪੀਂਦੀ ਆ, ਸਾਰਾ ਕੁਝ ਮੈਨੂੰ ਠੀਕ ਆ, ਇੱਥੇ ਮੈਨੂੰ ਕਾਹਤੇ ਬੰਦ ਕੀਤਾ ਹੈ। ਉਹਨਾਂ ਨੂੰ ਇਹ ਨਾ ਸਮਝ ਆਵੇ ਵੀ ਇਹ ਸੁਸਾਈਡਲ ਆ, ਇਹਨੇ ਜਾ ਕੇ ਮਰ ਜਾਣਾ, ਤੇ ਜੇ ਅਸੀਂ ਛੱਡ ਦਿੱਤਾ ਤਾਂ ਸਾਡੇ ਗਲ ਫਾਹਾ ਪੈਣਾ। ਠੀਕ। ਅੱਛਾ, ਇਵੈਂਚੁਅਲੀ ਉਹ ਗੱਲ ਇਹ ਹੋਈ ਕਿ ਉਹ ਹੌਲੀ ਹੌਲੀ ਗੱਲ ਜਿਹੜੀ ਉਹ ਸਮਝ ਵਿੱਚ ਆਈ। ਸਾਡੇ ਇੱਕ ਦੋਸਤ ਹੈਗੇ ਆ ਜਿਹੜੇ ਇੰਟਰਪ੍ਰੇਟਰ ਹੈਗੇ ਆ, ਉਹਨਾਂ ਨੇ ਸੱਦਿਆ ਉਹਨਾਂ ਦੀ ਕੰਸਲਟੇਸ਼ਨ ਦੇ ਵਿੱਚ। ਤਾਂ ਉਹਨਾਂ ਨੇ ਜਦੋਂ ਸਾਰਾ ਕੁਝ ਪੁੱਛਿਆ, ਉਹ ਕਹਿੰਦੀ ਵੀ ਮੈਨੂੰ ਤਾਂ ਪੁੱਤ ਕੁਛ ਨਹੀਂ ਹੋਇਆ, ਮੇਰਾ ਤੂੰ ਇਹਨਾਂ ਕੋਲੋਂ ਪਿੱਛਾ ਛਡਾ। ਠੀਕ ਹੈ। ਤਾਂ ਉਹਨੇ ਕਿਹਾ ਵੀ ਗੱਲ ਕੀ ਹੋਈ, ਉਹ ਗੱਲ ਹੌਲੀ ਹੌਲੀ ਖੁੱਲ੍ਹਦੀ ਗੱਲ ਆਹ ਹੋ ਗਈ। ਉਹ ਅੱਜ ਤੱਕ ਜਿਹੜੇ ਹੈਗੇ ਆ, ਉਹਨਾਂ ਨੇ ਪਰਿਵਾਰ ਦੇ ਨਾਲ ਵੀ ਗੱਲ ਕੀਤੀ। ਉਹ ਜਿਹੜੀ ਨੂੰਹ ਸੀ ਉਹ ਵੀ ਪਰੇਸ਼ਾਨ ਸੀ ਵੀ ਸਾਡੀ ਮਾਈ ਚਲ ਗਈ। ਉਹ ਕਹਿੰਦੀ ਵੀ ਭਾਜੀ ਮੈਂ ਆਟਾ ਨਹੀਂ ਇਹਦਾ ਗੁੰਨਦੀ, ਇਹ ਆਪਣਾ ਬੈਗ ਲੈ ਆਵੇ ਆਟੇ ਦਾ, ਆਪਣੇ ਆਟਾ ਗੁੰਨ ਲਵੇ, ਆਪਣਾ ਬਣਾ ਲਵੇ, ਪਰ ਇਹ ਠੀਕ ਰਹੇ। ਸੋ ਹੁਣ ਤੁਸੀਂ ਇਹ ਦੇਖੋ ਵੀ ਉਹ ਜਿਹੜੀ ਛੋਟੀ ਜਿਹੀ ਗੱਲ ਆ, ਉਹ ਕਿੱਥੋਂ ਲੈ ਕੇ ਉਹ ਕਿੱਥੇ ਤੱਕ ਚਲ ਗਏ, ਉਹਦੇ ਕੌਨਸੀਕੁਐਂਸਿਸ ਜਿਹੜੇ ਹੈਗੇ ਆ ਕੀ ਨਿਕਲੇ, ਉਹਦੇ ਕੀ ਨਿਕਲੇ। ਸੋ ਮੇਰੇ ਲਈ ਇਹ ਬੜਾ ਜ਼ਰੂਰੀ ਸੀ ਕਿ ਇਹ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਹੈਗੀਆਂ, ਇਕੱਲੀ ਇੱਕੋ ਹੀ ਗੱਲ ਨਹੀਂ ਹੈਗੀ, ਇੱਦਾਂ ਦੀਆਂ ਹੋਰ ਬਹੁਤ ਇਸ ਸਮਾਜ 'ਚ ਇੱਕ ਹੋਰ ਵੀ ਐਗਜ਼ਾਮਪਲ ਹੈਗੀ ਆ। ਸਾਡੇ ਰਿਸ਼ਤੇਦਾਰਾਂ ਦੇ ਵਿੱਚ ਇਹ ਹੈਗੇ ਆ, ਉਹਨਾਂ ਨੂੰ ਸੈਕਸ਼ਨ ਕੀਤਾ ਆ। ਸੈਕਸ਼ਨ ਦਾ ਮਤਲਬ ਇਹ ਹੁੰਦਾ ਕਿ ਮੈਂਟਲ ਹੈਲਥ ਐਕਟ ਦੇ ਅਧੀਨ ਅਗਰ ਡਾਕਟਰ ਨੂੰ ਜਾਂ ਕਿਸੇ ਹੋਰ ਨੂੰ ਲੱਗੇ ਕਿ ਤੁਸੀਂ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਸਕਦੇ ਆ ਜਾਂ ਕਿਸੇ ਨੂੰ ਨੁਕਸਾਨ ਪਹੁੰਚਾ ਸਕਦੇ ਆ, ਤਾਂ ਤੁਹਾਡੀ ਮਰਜ਼ੀ ਦੇ ਵਿਰੁੱਧ ਉਹ ਤੁਹਾਨੂੰ ਜਿਹੜਾ ਹੈਗਾ ਆ ਮੈਂਟਲ ਹੈਲਥ ਸਿਕਿਉਰ ਯੂਨਿਟ ਹੈਗਾ, ਉੱਥੇ ਤੁਹਾਨੂੰ ਰੱਖ ਸਕਦੇ ਆ। ਠੀਕ ਹੈ। ਹੁਣ ਉਹਨੂੰ ਸੈਕਸ਼ਨ ਕੀਤਾ ਆ। ਉਹ ਹਰ ਰੋਜ਼ ਜਿਹੜਾ ਵੀ ਬੰਦਾ ਜਾਂਦਾ, ਉਹ ਕਹਿੰਦੀ ਵੀ ਮੈਂ ਪਾਗਲ ਤਾਂ ਹੈ ਨਹੀਂ, ਇਹਨਾਂ ਨੇ ਮੈਨੂੰ ਪਾਗਲ ਕਰ ਦੇਣਾ, ਕਰਕੇ ਇੱਕ ਤਾਂ ਉਹਨਾਂ ਨੂੰ ਬੋਲੀ ਨਹੀਂ ਆਉਂਦੀ, ਦੂਸਰਾ ਉਹਨਾਂ ਦਾ ਜਿਹੜਾ ਕਮਿਊਨੀਕੇਸ਼ਨ ਆ ਉਹ ਬਿਲਕੁਲ ਨਹੀਂ ਹੈਗਾ। ਉਹ ਬਿਲਕੁਲ ਆਪਣੇ ਪਰਿਵਾਰ ਨਾਲੋਂ ਵੀ ਅਲੱਗ ਹੋ ਗਏ। ਉੱਥੇ ਵੀ ਉਹਨਾਂ ਦਾ ਕੋਈ ਇਲਾਜ ਨਹੀਂ ਹੋ ਰਿਹਾ, ਕਰਕੇ ਉਹਨਾਂ ਨੂੰ ਰੋਂਗ ਕੁਛ ਹੈ ਨਹੀਂਗਾ। ਪਰ ਉਹ ਇਨਫੋਰਮੇਸ਼ਨ ਦੀ ਘਾਟ ਕਾਰਨ ਕਰਕੇ ਉਹ ਜਿਹੜਾ ਹੈਗਾ ਰਿਲੀਜ਼ ਨਹੀਂ ਹੋ ਰਹੇ। ਹਾਲਾਂਕਿ ਜਿਹੜਾ ਮਾਈਂਡ ਦੀ ਆਪਾਂ ਗੱਲ ਕੀਤੀ ਆ, ਮਾਈਂਡ ਇੱਕ ਉਹਨਾਂ ਕੋਲ ਕੰਟਰੈਕਟ ਹੈਗਾ, ਉਹਨੂੰ ਕਹਿੰਦੇ ਆ IMHA, ਓਕੇ, ਇੰਡੀਪੈਂਡੈਂਟ ਮੈਂਟਲ ਹੈਲਥ ਐਡਵੋਕੇਟ। ਠੀਕ ਹੈ। ਅਗਰ ਤੁਹਾਨੂੰ ਮੈਂਟਲ ਹੈਲਥ ਐਕਸ਼ਨ ਦੇ ਐਕਟ ਦੇ ਅਧੀਨ ਤੁਹਾਨੂੰ ਉਹਨਾਂ ਨੇ ਸੈਂਕਸ਼ਨ ਕੀਤਾ ਆ, ਤਾਂ ਉਹ ਜਿਹੜੇ ਐਡਵੋਕੇਟ ਹੈਗੇ ਆ, ਉਹ ਵਕੀਲ ਨਹੀਂ ਹੁੰਦੇ, ਪਰ ਉਹਨਾਂ ਨੂੰ ਮੈਂਟਲ ਹੈਲਥ ਬਾਰੇ ਟ੍ਰੇਨਿੰਗ ਹੁੰਦੀ ਆ। ਉਹ ਤੁਹਾਡੇ ਕੇਸ ਦੀ ਪੈਰਵਾਈ ਕਰ ਸਕਦੇ ਆ। ਸੋ ਬਹੁਤ ਸਾਰੇ ਸਾਡੇ ਭੈਣ ਭਰਾ ਸਿਕਿਉਰ ਯੂਨਿਟਾਂ ਵਿੱਚ ਇਸ ਕਰਕੇ ਫਸੇ ਉਹ ਬੈਠੇ ਆ ਕਿ ਉਹਨਾਂ ਨੂੰ IMHA ਬਾਰੇ ਨਹੀਂ ਪਤਾ। ਹਾਲਾਂਕਿ ਇਹ ਜਿਹੜੀ ਸਰਵਿਸ ਵੀ ਹੈਗੀ ਆ, ਉਹਦੇ ਤੇ ਤੁਹਾਡੀ ਕੋਈ ਕੋਸਟ ਨਹੀਂ ਹੈ। ਠੀਕ। ਉਹ ਤੁਹਾਡੀ ਫ੍ਰੀ ਆਫ ਚਾਰਜ ਜਿਹੜੀ ਆ ਰਿਪਰੈਜ਼ੈਂਟੇਸ਼ਨ ਜਿਹੜੀ ਉਹ ਤੁਹਾਡੀ ਕਰਦੇ ਹੈਗੇ ਆ। ਸੋ ਜਦੋਂ ਇਦਾਂ ਦੇ ਇਸ਼ੂ ਮੈਂ ਦੇਖਦਾ, ਤਾਂ ਫਿਰ ਮੈਨੂੰ ਇਹ ਲੱਗਦਾ ਕਿ ਨਹੀਂ, ਮੇਰੀ ਲੋੜ ਆ, ਸਾਨੂੰ ਗੱਲ ਕਰਨੀ ਚਾਹੀਦੀ ਆ। ਜੇ ਕੋਈ ਵਧੀਆ ਕਮੈਂਟ ਨਹੀਂ ਵੀ ਆਉਂਦੇ, ਕੋਈ ਬੰਦਾ ਸਾਡੀ ਥੋੜੀ ਬਹੁਤੀ ਹੇਠੀ ਵੀ ਕਰ ਦਿੰਦਾ, ਤਾਂ ਉਹ ਮੈਂ ਚੱਲਣ ਨੂੰ ਤਿਆਰ ਆ। ਜੇ ਹੋ ਵੀ ਜਾਵੇ ਕੋਈ ਇਹਦੀ ਗੱਲ ਨਹੀਂ ਹੈ। ਜਿਹੜੀ ਅੱਜ ਦੀ ਤੁਹਾਡੀ ਗੱਲਬਾਤ ਹੈਗੀ ਆ, ਇਹ ਲੱਖਾਂ ਲੋਕਾਂ ਤੱਕ ਜਾਣੀ ਹੈ। ਹਾਂਜੀ, ਕਿਉਂਕਿ ਜਿਹੜਾ TV ਮੀਡੀਆ ਆ, ਬਿਲਕੁਲ ਇਹ ਤਕਰੀਬਨ 100-150 ਮੁਲਕਾਂ ਵਿੱਚ ਦੇਖਿਆ ਜਾਂਦਾ। ਬਿਲਕੁਲ, ਹਾਂਜੀ। ਤੁਸੀਂ ਉਸ ਹਿਸਾਬ ਨਾਲ ਅੰਦਾਜ਼ਾ ਲਓ ਕਿੰਨੇ ਲੋਕ ਤੁਹਾਡੀ ਗੱਲ ਸੁਣਨਗੇ। ਜੇ 1% ਵੀ ਲੋਕ ਇਹ 'ਤੇ ਅਸਰ ਕਰਨਗੇ ਤਾਂ ਤੁਹਾਡਾ ਮੈਸੇਜ ਬਹੁਤ ਦੂਰ ਤੱਕ। ਹਾਂਜੀ, ਮੈਨੂੰ ਵੀ ਬਹੁਤ ਖੁਸ਼ੀ ਹੋਊਗੀ ਕਿ ਅਗਰ ਅਸੀਂ ਕਮਿਊਨਿਟੀ ਦੇ ਤੌਰ 'ਤੇ, ਭਾਈਚਾਰੇ ਦੇ ਤੌਰ 'ਤੇ ਅਸੀਂ ਇੱਧਰ ਥੋੜ੍ਹਾ ਧਿਆਨ ਦਈਏ, ਤਾਂ ਜਿਹੜਾ ਤੁਹਾਡਾ ਸਮਾਂ ਜਾਂ ਥੋੜ੍ਹਾ ਬਹੁਤਾ ਜਿਹੜਾ ਮੈਂ ਸਮਾਂ ਇਹ 'ਚ ਪਾਇਆ, ਉਹ ਸਾਡਾ ਵਰਥ ਹੋਊਗਾ। ਅੱਛਾ ਨਵਦੀਪ ਸਿੰਘ ਜੀ, ਕਿਉਂਕਿ ਜਦੋਂ ਪਹਿਲਾਂ ਗੱਲ ਕੀਤੀ ਸੀ, ਇਹ ਮਸਲਾ ਕਾਫੀ ਸੈਂਸਿਟਿਵ ਵੀ ਹੈਗਾ ਆ, ਬਹੁਤ ਵੱਡਾ ਮਸਲਾ ਹੈਗਾ ਡਿਸਕਸ ਨਹੀਂ, ਔਰ ਡਿਫੀਕਲਟ ਵੀ ਹੈਗਾ ਆ ਬਹੁਤ। ਹਾਂਜੀ, ਤੇ ਮੈਂ ਕੋਸ਼ਿਸ਼ ਕੀਤੀ ਆ ਬਹੁਤ ਸਾਰੀਆਂ ਗੱਲਾਂ ਪੁੱਛਣ ਦੀ, ਜਿੰਨਾ ਕਿ ਮੈਂ ਕਰ ਸਕਦਾ ਸੀਗਾ। ਜੇ ਹੋ ਸਕਦਾ ਮੈਂ ਕੋਈ ਗੱਲ ਨਾ ਪੁੱਛ ਸਕਿਆ ਹਾਂ ਤੁਹਾਡੇ ਕੋਲੋਂ, ਕੋਈ ਤੁਸੀਂ ਸਪੈਸ਼ਲ ਜਾਣਕਾਰੀ ਰੱਖਦੇ ਹੋ ਤਾਂ ਤੁਸੀਂ ਕੋਈ ਵੀ ਗੱਲ ਸ਼ੇਅਰ ਕਰਨੀ ਕਰ ਸਕਦੇ ਹੋ, ਤੁਸੀਂ ਆਪਣੀ ਗੱਲ। ਹਾਂਜੀ, ਨਹੀਂ, ਮੇਰਾ ਖਿਆਲ ਆਪਾਂ ਜਿਹੜੇ ਹੈਗੇ ਆ ਰਿਲੇਟਿਵ ਪੁਆਇੰਟ ਜਿਹੜੇ ਹੈਗੇ ਆ ਉਹ ਕੀਤੇ ਹੈਗੇ ਆ। ਇੱਕ ਜਿਹੜੀ ਹੈਗੀ ਆ ਲੈਸਟਰ ਸ਼ਾਇਰ ਦੇ ਵਿੱਚ ਹੈ ਨਾ, ਉਹਨਾਂ ਨੇ ਮੈਂਟਲ ਹੈਲਥ ਟਰਸਟ ਜਿਹੜਾ ਹੈਗਾ, ਜਿਹੜਾ NHS ਦਾ ਹਿੱਸਾ ਹੁੰਦਾ, ਉਹ ਪ੍ਰੋਗਰਾਮ ਚਲਾਉਂਦੇ ਆ, ਲੈਟਸ ਟਾਕ ਵੈਲਬੀਇੰਗ। ਓਕੇ, ਠੀਕ ਹੈ। ਉਹਦੇ ਵਿੱਚ ਤੁਹਾਨੂੰ GP ਕੋਡ ਵੀ ਜਾਣ ਦੀ ਲੋੜ ਨਹੀਂ ਹੈ। ਅਗਰ ਤੁਹਾਨੂੰ ਉਹਨਾਂ ਦਾ ਲੋਕਲ ਨੰਬਰ ਮਿਲ ਜਾਂਦਾ ਤਾਂ ਤੁਸੀਂ ਉਹਨਾਂ ਨਾਲ ਸਿੱਧਾ ਵੀ ਰਾਬਤਾ ਕਰ ਸਕਦੇ ਹੋ। ਔਰ ਚੰਗੀ ਗੱਲ ਇਹ ਹੈਗੀ ਆ ਕਿ ਉਹਨਾਂ ਦੇ ਕੋਲ ਆਪਣੀਆਂ ਭਾਸ਼ਾਵਾਂ ਦੇ ਵਿੱਚ ਬੋਲਣ ਵਾਲੇ ਵੀ ਜਿਹੜੇ ਹੈਗੇ ਆ, ਉਹ ਵਰਕਰ ਹੈਗੇ ਆ, ਉਹ ਤੁਹਾਡੀ ਗੱਲ ਸੁਣ ਕੇ ਤੁਹਾਨੂੰ ਉਹ ਸੇਧਿਤ ਕਰ ਸਕਦੇ ਹੈਗੇ ਆ। ਸੋ ਅਗਰ ਤੁਹਾਨੂੰ ਨਹੀਂ ਪਤਾ ਲੱਗਾ ਮੈਂ ਕੀ ਗੱਲ ਕਹੀ ਆ, ਤਾਂ ਫਿਰ ਮੇਰੀ ਤੁਹਾਨੂੰ ਗੁਜ਼ਾਰਿਸ਼ ਇਹੀ ਆ, ਜਿਹੜੇ ਸਾਡੇ ਦਰਸ਼ਕ ਹੈਗੇ ਆ, ਕਿ ਉਹ ਲਾਇਬ੍ਰੇਰੀ ਚੱਲ ਜਾਣ। ਅਗਰ ਉਹਨਾਂ ਨੂੰ ਜਾ ਕੇ ਕਹਿਣ ਕਿ ਸਾਨੂੰ ਇਸ ਮਸਲੇ 'ਤੇ ਜਿਹੜੀ ਹੈਗੀ ਹੈ ਮੈਂਟਲ ਹੈਲਥ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੈਗੀ ਆ, ਜਾਂ ਸਾਨੂੰ ਕੋਈ ਕੰਟੈਕਟ ਚਾਹੀਦਾ ਹੈਗਾ, ਜਾਂ ਚੈਰਿਟੀ ਬਾਰੇ ਕੁਛ ਚਾਹੀਦਾ ਹੈਗਾ,
ਤਾਂ ਸਾਨੂੰ ਉਹਨਾਂ ਦਾ ਨੰਬਰ ਦਿਓ, ਸੋ ਤੁਸੀਂ ਉਹਨਾਂ ਨੂੰ ਜਿਹੜਾ ਹੈਗਾ ਰਾਬਤਾ ਆਰਾਮ ਨਾਲ ਕਰ ਸਕਦੇ ਆ। ਇੱਕ ਗੱਲ ਜਿਹੜੀ ਸਾਰਿਆਂ ਨਾਲੋਂ ਇੰਪੋਰਟੈਂਟ ਹੈਗੀ ਆ, ਉਹ ਸਾਨੂੰ ਇਹ ਯਾਦ ਰੱਖਣ ਦੀ ਲੋੜ ਹੈਗੀ ਆ ਕਿ ਜਿੱਦਾਂ ਮੈਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਜਿਹੜਾ ਮੈਂਟਲ ਹੈਲਥ ਦਾ ਸਪੈਕਟਰਮ ਆ, ਜਿਹੜਾ ਇਹਦਾ ਹੈਗਾ ਕਿੰਨਾ ਇਹ ਵਾਈਡ ਹੈਗਾ, ਉਹਦੇ ਵਿੱਚ ਬਹੁਤ ਜਿਹੜੇ ਲੋਕ ਆ ਉਹ ਠੀਕ ਹੋ ਜਾਂਦੇ ਆ, ਕੁਛ ਦਵਾਈ ਨਾਲ ਠੀਕ ਹੋ ਜਾਂਦੇ ਆ, ਕੁਛ ਜਿਹੜੇ ਹੈਗੇ ਆ ਉਹ ਗੱਲਬਾਤ ਨਾ ਕਰਨ ਦੇ ਨਾਲ, ਕਾਉਂਸਲਿੰਗ ਕਰਨ ਦੇ ਨਾਲ ਉਹ ਠੀਕ ਹੋ ਜਾਂਦੇ ਆ। ਆਈ ਨੋ ਅ ਯੰਗ ਲੇਡੀ, ਉਹਨਾਂ ਨੂੰ ਇੱਕ ਪੋਸਟਨੇਟਲ ਡਿਪਰੈਸ਼ਨ ਹੁੰਦਾ ਜਿਹੜਾ ਔਰਤਾਂ ਨੂੰ ਬੱਚੇ ਦੇ ਜਨਮ ਤੋਂ ਬਾਅਦ ਆਮ ਤੌਰ 'ਤੇ ਹੋ ਜਾਂਦਾ। ਉਹ ਕਾਫੀ ਉਹਨਾਂ ਨੂੰ ਗੰਭੀਰ ਸਮੱਸਿਆ ਪਰਿਵਾਰ ਦੇ ਵਿੱਚ ਹੋ ਗਈ ਸੀ, ਕਿਉਂਕਿ ਉਹ ਬੱਚੇ ਨੂੰ ਵੀ ਲੁੱਕ ਆਫਟਰ ਨਹੀਂ ਸੀ ਕਰਨੀ ਚਾਹੁੰਦੇ, ਆਪਣਾ ਵੀ ਧਿਆਨ ਨਹੀਂ ਸੀ ਰੱਖਣਾ ਚਾਹੁੰਦੇ, ਪਰ ਉਹ ਕਾਉਂਸਲਿੰਗ ਦੇ ਨਾਲ ਉਹ ਬੜੀ ਵਧੀਆ ਠੀਕ ਆ। ਸੋ ਇੱਕ ਗੱਲ ਇਹ ਜ਼ਰੂਰ ਯਾਦ ਰੱਖੋ ਕਿ ਜਿਵੇਂ ਤੁਹਾਡੀ ਸਰੀਰਕ ਸਿਹਤ ਜਿਹੜੀ ਹੈਗੀ ਆ ਉਹ ਦਵਾਈਆਂ ਨਾਲ ਠੀਕ ਹੋ ਸਕਦੀ ਆ, ਇਵੇਂ ਹੀ ਜਿਹੜੀ ਮੈਂਟਲ ਹੈਲਥ ਹੈਗੀ ਆ ਦੀ ਅਗਰ ਕੋਈ ਸਮੱਸਿਆ ਹੈ, ਕੋਈ ਸਾਨੂੰ ਬਿਮਾਰੀ ਹੈ, ਤੇ ਉਹ ਅਸੀਂ ਦਵਾਈਆਂ ਦੇ ਨਾਲ ਜਾਂ ਜਿਹੜੀਆਂ ਹੋਰ ਟਾਕਿੰਗ ਥੈਰੇਪੀਜ਼ ਜਿਹਨੂੰ ਅਸੀਂ ਕਹਿੰਦੇ ਹੈਗੇ ਆ, ਉਹਨਾਂ ਦੇ ਨਾਲ ਉਹ ਠੀਕ ਹੋ ਸਕਦੀ ਆ। ਸੋ ਇਹਦਾ ਮਤਲਬ ਇਹ ਨਹੀਂ ਕਿ ਜੇ ਤੁਸੀਂ ਇੱਕ ਵਾਰੀ ਕਮਲੇ ਹੋ ਗਏ ਤਾਂ ਤੁਸੀਂ ਹਮੇਸ਼ਾ ਕਮਲੇ ਹੀ ਰਹਿਣਾ। ਮੇਰਾ ਖਿਆਲ ਸਾਨੂੰ ਇਹ ਜਿਹੜੇ ਸ਼ਬਦ ਆ ਪਾਗਲ, ਕਮਲਾ, ਇਹਨਾਂ ਬਾਰੇ ਸੁਚੇਤ ਤੌਰ 'ਤੇ ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਕਿ ਅਸੀਂ ਇੱਦਾਂ ਦੇ ਜਿਹੜੇ ਨੈਗੇਟਿਵ ਸ਼ਬਦ ਆ ਉਹ ਨਾ ਵਰਤੀਏ। ਇੱਕ ਸਬਜੈਕਟ ਆਪਾਂ ਵੱਖਰਾ ਨਿਕਲ ਗਿਆ ਇੱਥੋਂ ਜੀ, ਬਈ ਅਗਰ ਕਿਸੇ ਨੂੰ ਸਮੱਸਿਆ ਹੈ, ਹਾਂਜੀ, ਉਹਦੇ ਨਾਲ ਗੱਲਬਾਤ ਕਰਨੀ ਬਹੁਤ ਜ਼ਰੂਰੀ ਆ। ਬਿਲਕੁਲ। ਤੇ ਗੱਲਬਾਤ ਦੇ ਨਾਲ ਹਮੇਸ਼ਾ ਹੀ ਜਿਹੜੇ ਮਸਲੇ ਹੱਲ ਹੋ ਜਾਂਦੇ ਆ। ਜਿਹੜੀ ਦਿਮਾਗੀ ਸੰਤੁਲਨ ਦੀ ਗੱਲ ਹੈਗੀ ਆ, ਉਹ ਵੀ ਕਿਉਂਕਿ ਮਨ ਤੇ ਪ੍ਰੈਸ਼ਰ ਆ, ਕੋਈ ਭਾਰ ਆ ਮਨ ਤੇ, ਬਿਲਕੁਲ, ਹਾਂਜੀ, ਦਿਮਾਗ ਤੇ ਭਾਰ ਹੈਗਾ ਜਿਹੜਾ ਕਿ ਤੁਸੀਂ ਕਿਸੇ ਨਾਲ ਸ਼ੇਅਰ ਨਹੀਂ ਕਰ ਰਹੇ, ਹਾਂਜੀ, ਉਹਨੂੰ ਆਪਾਂ ਸਟ੍ਰੈਸ ਕਹਿ ਲੈਂਦੇ ਆ ਜਾਂ ਡਿਪਰੈਸ਼ਨ ਕਹਿ ਲੈਂਦੇ ਆ, ਮਤਲਬ ਉਹ ਲੇਟ ਮੈਂਟਲ ਵੀ ਹੋ ਜਾਂਦਾ। ਹਾਲਾਂਕਿ ਵੱਖਰੇ ਵੱਖਰੇ ਨਾਂ ਆ, ਵੱਖਰੀਆਂ ਉਹਨਾਂ ਦੀਆਂ ਸਿੰਪਟਮਸ ਹੁੰਦੇ ਆ, ਲੇਕਿਨ ਜਦੋਂ ਕੋਈ ਬੰਦਾ ਤੁਹਾਨੂੰ ਲੱਗਦਾ ਕਿ ਬੰਦਾ ਨੋਰਮਲ ਨਹੀਂ ਰਿਐਕਟ ਕਰ ਰਿਹਾ, ਤੇ ਉਹਦੇ ਨਾਲ ਗੱਲ ਕਰਨੀ ਮੇਰੇ ਸਭ ਤੋਂ ਬੈਸਟ ਰਹੂਗੀ। ਉਹ ਕੋਸ਼ਿਸ਼ ਕਰੋ ਉਹਨੂੰ ਖੋਲ੍ਹਣ ਦੀ, ਤਾਂ ਕਿ ਉਹ ਗੱਲ ਆਪਣੇ ਹਾਈਡ ਨਾ ਕਰੇ, ਤਾਂ ਕਿ ਪਤਾ ਲੱਗੇ ਐਕਚੁਅਲੀ ਇਸ਼ੂ ਕੀ ਆ, ਉਹਨੂੰ ਸੋਲਵ ਕੀਤਾ ਜਾ ਸਕੇ ਇਸ਼ੂ ਨੂੰ, ਹਾਂਜੀ, ਜਿਹੜਾ ਸਾਡੇ ਵਿੱਚ ਨਹੀਂ ਹੁੰਦਾ। ਹਾਂ, ਸਾਨੂੰ ਉਹਦੇ ਲਈ ਜਿਹੜੀ ਆਪਣੀ ਭਾਸ਼ਾ ਆ ਉਹਦੇ ਬਾਰੇ ਬਹੁਤ ਸੁਚੇਤ ਹੋਣਾ ਪਊਗਾ। ਜੇ ਮੈਨੂੰ ਲੱਗਦਾ ਜਾਂ ਤੁਹਾਨੂੰ ਲੱਗਦਾ ਕਿ ਨਵਦੀਪ 'ਚ ਕੋਈ ਨੁਕਸ ਹੈਗਾ ਜਾਂ ਮੈਨੂੰ ਕੋਈ ਗੱਲ ਨੋਰਮਲ, ਪਹਿਲੀ ਤਾਂ ਇਹ ਗੱਲ ਵੀ ਨੋਰਮਲ ਕੀ ਹੁੰਦਾ, ਉਹ ਨੋਰਮਲ ਨਹੀਂ ਲੱਗਦਾ। ਨੋਰਮਲ ਤੋਂ ਇਹ ਕਹਿ ਸਕਦੇ ਹਾਂ ਕਿ ਅਗਰ ਮੈਂ ਜ਼ਿਆਦਾਤਰ ਬਹੁਤ ਗੱਲਾਂ ਕਰਦਾ, ਤੁਸੀਂ ਪਿਛਲੇ ਕੁਛ ਅਰਸੇ ਤੋਂ ਨੋਟ ਕਰਦੇ ਆ ਵੀ ਨਵਦੀਪ ਜਦੋਂ ਵੀ ਮਿਲਦਾ ਚੁੱਪ ਹੁੰਦਾ, ਸੋ ਦੈਟਸ ਅ ਡਿਫਰੈਂਸ। ਜੇ ਮੈਂ ਪਹਿਲਾਂ ਤੋਂ ਹੀ ਚੁੱਪ ਆ, ਫਿਰ ਤੁਸੀਂ ਕਹੋਗੇ ਤੂੰ ਤਾਂ ਕਿਸੇ ਨਾਲ ਗੱਲ ਨਹੀਂ ਕਰਦਾ, ਫਿਰ ਉਹ ਨੋਰਮਲ ਨਹੀਂ। ਮੇਰਾ ਨੋਰਮਲ ਤਾਂ ਤੁਹਾਡਾ ਨੋਰਮਲ ਸ਼ਾਇਦ ਥੋੜਾ ਉਹ ਅਲੱਗ ਹੋ ਸਕਦਾ। ਸੋ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਪੈਣਾ। ਦੂਸਰਾ ਜਿਹੜਾ ਹੈਗਾ ਕਿ ਸਾਡੀ ਆਪਣੀ ਭਾਸ਼ਾ ਕੀ ਹੈਗੀ ਆ। ਜੇ ਮੈਂ ਹੁਣ ਤੁਹਾਨੂੰ ਇਹ ਕਹਾਂ ਕਿੱਦਾਂ ਵੀ ਧਰਮਚੰਦ ਜੀ ਕਿੱਦਾਂ, ਹੁਣ ਤਾਂ ਫਿਰ ਤੁਹਾਡਾ ਸਰ ਚੱਲਿਆ, ਠੀਕ ਆ, ਉਹ ਕਨਵਰਸੇਸ਼ਨ ਜਿਹੜੀ ਹੈਗੀ ਆ ਤੁਸੀਂ ਸ਼ੁਰੂ ਕਰਨ ਤੋਂ ਪਹਿਲਾਂ ਹੀ ਬੰਦ ਕਰ ਦਿੱਤੀ। ਅਗਰ ਮੈਂ ਤੁਹਾਨੂੰ ਇਹ ਕਹਾਂ ਵੀ ਕੀ ਹੈਗਾ, ਕਿੱਦਾਂ, ਤੁਹਾਨੂੰ ਹੌਲੀ ਹੌਲੀ ਖਰੀਦਣ ਦਾ ਮਤਲਬ ਹੁੰਦਾ ਕਿ ਤੁਸੀਂ ਉਹ ਅੰਦਰੋਂ ਜਿਹੜੀ ਤੁਸੀਂ ਗੱਲ ਨਹੀਂ ਸ਼ੇਅਰ ਕਰਨੀ ਚਾਹੁੰਦੇ। ਸੋ ਉਹਦੇ ਲਈ ਤੁਹਾਨੂੰ ਥੋੜ੍ਹਾ ਜਿਹਾ ਸਾਵਧਾਨੀ ਹੋ ਕੇ ਲੋੜ ਹੈਗੀ ਆ। ਇਸੇ ਕਰਕੇ ਇਹ ਹੁੰਦਾ, ਮੇਰੀ ਗੁਜ਼ਾਰਿਸ਼ ਹੈਗੀ ਆ ਕਿ ਅਗਰ ਤੁਸੀਂ ਪਹਿਲੇ ਦਿਨ ਤੋਂ ਥੋੜ੍ਹਾ ਟ੍ਰੇਨਡ ਲੋਕਾਂ ਦੇ ਕੋਲ ਤੁਸੀਂ ਜਾਵੋ ਤਾਂ ਉਹਨਾਂ ਨੂੰ ਪਤਾ ਹੁੰਦਾ ਕਿ ਕਿਹੜੀ ਗੱਲ ਕਿਸ ਹਿਸਾਬ ਦੇ ਨਾਲ ਕਰਨੀ ਆ, ਤਾਂ ਕਿ ਉਹ ਤੁਸੀਂ ਜ਼ਿਆਦਾ ਡੈਮੇਜ ਨਾ ਜਿਹੜਾ ਹੈਗਾ ਕਰ ਸਕੋ। ਕੋਵਿਡ ਕਰਕੇ ਬਹੁਤ ਸਾਰੇ ਲੋਕ ਅਲੱਗ ਥਲੱਗ ਹੋ ਗਏ ਆ, ਅੰਦਰ ਰਹਿ ਗਏ ਆ, ਉਹਨੇ ਵੀ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਉਹ ਕਰਨੀਆਂ ਹੈਗੀਆਂ। ਅਗਰ ਤੁਹਾਨੂੰ ਲੱਗਦਾ ਹੈਗਾ ਕਿ ਤੁਸੀਂ ਭਾਈਚਾਰਕ ਤੌਰ 'ਤੇ ਵੀ, ਦੋਸਤ ਮਿੱਤਰ ਦੇ ਤੌਰ 'ਤੇ ਵੀ ਤੁਹਾਨੂੰ ਕਿ ਤੁਹਾਡੀ ਨੋਟਿਸ ਦੇ ਵਿੱਚ ਕੋਈ ਹੈਗਾ ਕਿ ਜਿਹੜਾ ਬੰਦਾ ਨਹੀਂ ਬੋਲਦਾ ਜਾਂ ਅਲੱਗ ਥਲੱਗ ਹੋ ਗਿਆ, ਸੋ ਤੁਸੀਂ ਉਹਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ, ਤਾਂ ਕਿ ਸਾਨੂੰ ਅੰਦਰ ਕੀ ਚੱਲਦਾ ਹੈਗਾ ਥੋੜ੍ਹੀ ਬਹੁਤੀ ਉਹਦੀ ਸੂਹ ਮਿਲਦੀ ਰਹੇ। ਅੱਛਾ, ਸਭ ਤੋਂ ਬੈਸਟ ਲਿੰਕ ਕੀ ਹੋ ਸਕਦਾ ਜਦੋਂ ਕਿਸੇ ਨੂੰ ਪਤਾ ਲੱਗਦਾ ਹੈ, ਪਰਿਵਾਰ ਨੂੰ ਪਤਾ ਲੱਗਦਾ, ਹਾਂਜੀ, ਵੀ ਘਰ ਦਾ ਕੋਈ ਮੈਂਬਰ, ਚਾਹੇ ਸਿਆਣਾ ਚਾਹੇ ਬਜ਼ੁਰਗ ਕੋਈ ਵੀ ਆ, ਵੀ ਉਹਦਾ ਜਿਹੜਾ ਦਿਮਾਗੀ ਸੰਤੁਲਨ ਆ, ਹਾਂਜੀ, ਇਹ ਨਹੀਂ ਵੀ ਉੱਦਾਂ ਨੋ ਸੱਸ ਨੂੰ ਕਹਿਣ ਲੱਗ ਪਏ ਤਾਂ ਸੰਤੁਲਨ ਠੀਕ ਨਹੀਂ, ਜਾਂ ਸੱਸ ਨੂੰ ਉਹਨੂੰ ਕਹਿਣ ਲੱਗ ਪਏ, ਉਹ ਨਹੀਂ ਗੱਲ। ਜੈਨੂਇਨ ਤੌਰ 'ਤੇ ਤੁਹਾਨੂੰ ਪਤਾ ਲੱਗਦਾ ਕਿ ਵੀ ਜਿਹੜੀ ਸਾਡੇ ਪਰਿਵਾਰ ਦਾ ਮੈਂਬਰ ਉਹਦੀ ਰਿਐਕਸ਼ਨ ਜਿਹੜੀ ਹੈ ਕੋਈ ਸੇਮ ਨਹੀਂ ਹੈਗੀ। ਹਾਂਜੀ, ਸਭ ਤੋਂ ਬੈਸਟ ਅਪਰੋਚ ਕੀ ਆ? ਦੇਖੋ, ਜਿੱਦਾਂ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ ਵੀ ਨੋਰਮਲ ਕੀ ਆ,
ਅਗਰ ਤੁਸੀਂ ਮੇਰਾ ਇੱਕ ਦੋਸਤ ਆ, ਉਹ ਜੇ 4 ਘੰਟੇ ਵੀ ਸੌਂ ਲਵੇ ਹੀ ਇਜ਼ ਫਾਈਨ, ਉਹਨੂੰ ਕੋਈ ਪ੍ਰੋਬਲਮ ਨਹੀਂ। ਜੇ ਮੈਂ 4 ਘੰਟੇ ਹੀ ਸਿਰਫ ਮੈਨੂੰ ਨੀਂਦ ਹੋਵੇ ਤਾਂ ਮੇਰੇ ਕੋਲ ਦੂਏ ਦਿਨ ਉੱਠ ਨਹੀਂ ਹੋਣਾ। ਠੀਕ ਹੈ, ਬਹੁਤਾ ਤੌਰ ਫਿਰ ਨਹੀਂ ਹੁੰਦਾ। ਠੀਕ ਹੈ। ਸੋ ਸਾਡੇ ਲਈ ਇਹ ਬਹੁਤ ਜ਼ਰੂਰੀ ਆ ਕਿ ਤੁਹਾਡਾ ਨੋਰਮਲ ਕੀ ਹੈਗਾ, ਮੇਰਾ ਨੋਰਮਲ ਕੀ ਹੈਗਾ, ਕਿ ਤੁਸੀਂ ਚੁੱਪ ਰਹਿੰਦੇ ਆ, ਤੁਸੀਂ ਗੱਲਬਾਤ ਕਰਦੇ ਆ, ਤੁਸੀਂ ਇਹ ਗੱਲ ਕਰ ਲਈ। ਹਾਂਜੀ, ਵੀ ਨਾਰਮਲ ਦੀ ਡਿਫਰੈਂਸ ਉਹ ਕਰ ਲਿਆ। ਹਾਂਜੀ, ਤੁਹਾਨੂੰ ਇਹ ਪਤਾ ਲੱਗ ਗਿਆ ਬਈ ਆਹ ਜਿਹੜਾ ਬੱਚਾ ਜਾਂ ਆਹ ਲੇਡੀ ਹੈ ਘਰ 'ਚ ਕੋਈ ਮਾਪਾ ਸਾਡਾ, ਉਹਦੇ ਨਾਰਮਲ ਨਾਲੋਂ ਉਹ ਅਲੱਗ ਕੁਛ ਕਰ ਰਿਹਾ ਅੱਜ ਵੱਖਰਾ ਪਾਣੇ 'ਚ ਕਈ ਦਿਨਾਂ ਤੋਂ ਲਾ ਲਓ ਜਾਂ ਕਈ ਹਫ਼ਤਿਆਂ ਤੋਂ ਲਾ ਲਓ। ਜਦੋਂ ਤੁਸੀਂ ਉਹ ਨੋਟਿਸ ਕਰਦੇ ਆ, ਫਿਰ ਤੁਸੀਂ ਅਗਰ ਤੁਹਾਨੂੰ ਲੱਗਦਾ ਕਿ ਤੁਹਾਡੇ ਸਮਰੱਥਾ ਨਹੀਂ ਹੈ ਤਾਂ ਤੁਸੀਂ ਆਪਣੇ GP ਦੇ ਨਾਲ ਜਿਹੜੀ ਹੈਗੀ ਆ ਉਹ ਗੱਲ ਕਰੋ। ਉਹ ਜਿਹੜਾ ਜਾਂ ਤੁਸੀਂ ਆ ਜਿਹੜੇ ਟਾਕਿੰਗ ਥੈਰੇਪੀ ਵਾਲੇ ਹੈਗੇ ਆ NHS ਟਰੱਸਟ ਦੇ, ਤੁਸੀਂ ਉਹਨਾਂ ਨਾਲ ਰਾਬਤਾ ਕਰੋ ਵੀ ਅਸੀਂ ਆਪਣੇ ਬੱਚੇ ਦੇ ਵਿੱਚ, ਆਪਣੇ ਪਰਿਵਾਰ ਦੇ ਮੈਂਬਰ ਦੇ ਵਿੱਚ ਆਹ ਗੱਲਾਂ ਜਿਹੜੀਆਂ ਹੈਗੀਆਂ ਉਹ ਨੋਟਿਸ ਕਰ ਰਹੇ ਹਾਂ, ਅਸੀਂ ਕੰਸਰਨਡ ਹੈਗੇ ਹਾਂ ਕਿ ਇਹ ਹੋ ਸਕਦਾ ਜਿਹੜੀ ਹੈਗੀ ਆ ਗੱਲ ਵੱਧ ਜਾਵੇ, ਤਾਂ ਤੁਸੀਂ ਸਾਨੂੰ ਗਾਈਡ ਕਰੋ। ਸੋ ਜਿਵੇਂ ਆਪਾਂ ਹੁਣੇ ਕਰਕੇ ਕਹਿ ਹਟੇ ਹਾਂ, ਕਈ ਵਾਰੀ ਸਾਡੇ ਦੇ ਵਿੱਚ ਉਹ ਟ੍ਰੇਨਿੰਗ ਜਾਂ ਪ੍ਰੋਫੈਸ਼ਨਲਿਜ਼ਮ ਨਹੀਂ ਹੁੰਦਾ ਜਿਹੜਾ ਉਹਦੇ ਲਈ ਚਾਹੀਦਾ ਹੁੰਦਾ। ਕਈ ਵਾਰੀ ਅਸੀਂ ਜੇ ਕਿਸੇ ਕਸੂਤਾ ਹੱਥ ਪਾ ਲਈਏ, ਜਿਹਨੂੰ ਆਪਾਂ ਕਹੀਏ ਪੰਜਾਬੀ ਦੇ ਵਿੱਚ, ਤਾਂ ਉਹ ਆਪਾਂ ਪਹਿਲਾਂ ਨਾਲੋਂ ਵੀ ਕੰਮ ਖਰਾਬ ਕਰ ਸਕਦੇ ਹਾਂ। ਸੋ ਮੇਰੀ ਸੁਜੈਸ਼ਨ ਇਹੀ ਹੋਊਗਾ, ਤੁਸੀਂ ਜਿੰਨੀ ਛੇਤੀ ਵੀ ਪ੍ਰੋਫੈਸ਼ਨਲ ਹੈਲਪ ਜਿਹੜੀ ਆ ਤੁਹਾਨੂੰ ਮਿਲ ਸਕੇ ਓਨਾ ਹੀ ਵਧੀਆ ਆ, ਔਰ ਓਨੀ ਛੇਤੀ ਉਹਨਾਂ ਦੇ ਠੀਕ ਹੋਣ ਦੇ ਜਿਹੜੇ ਹੈਗੇ ਆ। ਨਵਦੀਪ ਸਿੰਘ ਜੀ, ਤੁਹਾਡਾ ਮੈਂ ਤਹਿ ਦਿਲ ਤੋਂ ਬਹੁਤ ਸ਼ੁਕਰਗੁਜ਼ਾਰ ਕਰਦਾ। ਧੰਨਵਾਦ ਤੁਹਾਡਾ, ਤੁਸੀਂ ਅੱਜ ਆਏ ਔਰ ਬਹੁਤ ਹੀ ਇੰਪੋਰਟੈਂਟ ਇਸ਼ੂ ਤੇ ਗੱਲਬਾਤ ਕੀਤੀ। ਥੈਂਕ ਯੂ ਵੈਰੀ ਮਚ ਜੀ। ਤੁਹਾਡਾ ਬਹੁਤ ਧੰਨਵਾਦ ਜੀ। ਇਹ ਸਨ ਨਵਦੀਪ ਸਿੰਘ ਜੀ। ਜਿਹੜਾ ਅੱਜ ਦਾ ਇਸ਼ੂ ਤੁਸੀਂ ਸੁਣਿਆ, ਮੈਂਟਲ ਹੈਲਥ ਅਵੇਅਰਨੈਸ, ਇਹ ਇੱਕ ਤਾਂ ਇਸ ਕਰਕੇ ਲੈ ਕੇ ਆਏ ਹਾਂ ਕਿ ਮਈ ਦੇ ਪਹਿਲੇ ਹਫ਼ਤੇ ਇਹ ਪੂਰੀ ਦੁਨੀਆ ਵਿੱਚ ਇਸ ਦਿਨ ਨੂੰ, ਇਸ ਮਸਲੇ ਨੂੰ ਉਠਾਇਆ ਜਾਂਦਾ, ਲੋਕਾਂ ਵਿੱਚ ਜਾਣਕਾਰੀ ਪਹੁੰਚਾਈ ਜਾਂਦੀ ਆ। ਇਸੇ ਕਰਕੇ ਮੈਂ ਵੀ ਅੱਜ ਇਹਨੂੰ ਲੈ ਕੇ ਆਇਆ ਔਰ ਨਵਦੀਪ ਸਿੰਘ ਉਹਨਾਂ ਨੇ ਮੇਰਾ ਸਾਥ ਦਿੱਤਾ, ਮੈਂ ਉਹਨਾਂ ਦਾ ਬਹੁਤ ਧੰਨਵਾਦ ਆ। ਔਰ ਕਾਂਸ਼ੀ TV ਦੀ ਟੈਕਨੀਸ਼ੀਅਨਸ ਟੀਮ ਜਿਹੜੀ ਹੈਗੀ ਆ, ਉਹਨਾਂ ਨੇ ਵੀ ਬਹੁਤ ਸਹਿਯੋਗ ਦਿੱਤਾ, ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ। ਤੁਹਾਡੇ ਫੀਡਬੈਕ ਦੀ ਹਮੇਸ਼ਾ ਇੰਤਜ਼ਾਰ ਰਹਿੰਦੀ ਹੈ, ਤੁਹਾਨੂੰ ਕਿੱਦਾਂ ਲੱਗਾ, ਕਿਉਂਕਿ ਜਿਹੜਾ ਇਹ ਮਸਲਾ ਇਹ ਬਹੁਤ ਅਕਸਰ ਜਾਤੀ ਅਟੈਕ ਵਾਂਗੂ ਵੀ ਲੱਗਣ ਲੱਗ ਜਾਂਦਾ ਕਈ ਵਾਰੀ। ਕਿਸੇ ਦੇ ਪ੍ਰਤੀ ਜਾਤੀ ਗੱਲਬਾਤ ਨਹੀਂ ਹੁੰਦੀ, ਮਸਲੇ ਸਮਾਜ ਵਿੱਚ ਉੱਠਦੇ ਆ, ਡਿਸਕਸ਼ਨ ਹੁੰਦੀ ਆ। ਬਾਕੀ ਜਿਹੜਾ ਨਵਦੀਪ ਹੁਣੀ ਇਹਦਾ ਸੋਲੂਸ਼ਨ ਦੱਸਿਆ ਕਿ ਅਗਰ ਤੁਹਾਨੂੰ ਅਬਨੋਰਮਲ ਸਿਚੁਏਸ਼ਨ ਨਜ਼ਰ ਆਉਂਦੀ ਆ ਤਾਂ ਜਿਹੜਾ GP ਆ ਉਹ ਸਭ ਤੋਂ ਬੈਸਟ ਅਪਰੋਚ ਆ, ਜਾਣਾ ਚਾਹੀਦਾ, ਉੱਥੋਂ ਪਤਾ ਕਰੋ। ਬਾਕੀ ਮਿਲਾਂਗੇ ਅਗਲੇ ਹਫ਼ਤੇ। ਜੈ ਭੀਮ, ਜੈ ਗੁਰਦੇਵ, ਨਮੋ ਬੁੱਧਾਏ।